ਸਾਰੇ ਹੀ ਅਮਰੀਕਾ ਦੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਵਰਕਰ ਕੰਪ, ਹੈਲਥ, ਆਟੋ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ, ਟ੍ਰੇਸੀ, ਖੰਡਾ ਪਰਿਵਾਰ, ਕੈਂਟ, ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ, ਐਂਟੀਲੋਪ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਬੇਕਰਸਫੀਲਡ, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਦੇ ਵਿੱਚ ਤੁਹਾਨੂੰ ਸਹਾਇਤਾ ਕਰਦੇ ਨੇ। ਕਾਲ ਕਰੋ ਅਜੀਤ ਅਟਵਾਲ 559-374-4541 ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੇ ਮਸਹੋਤਾ 209-277-0113 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਕਰੀਏ ਮਿੰਟੂ ਜੀ, ਸਿਲਸਿਲਾ ਸ਼ੁਰੂ। ਬੰਗਾਲ ਦੇ ਵਿੱਚ ਸਿਆਸੀ ਤੇ ਖੂਨੀ ਜੰਗ ਜਾਰੀ, ਇੱਕ ਦਿਨ ਦੇ ਵਿੱਚ ਬਦਲ ਗਈ ਕਹਿੰਦੇ ਸਾਰੀ ਗੇਮ। ਬਿਲਕੁਲ, ਹੁਣੇ 2 ਮਿੰਟ ਪਹਿਲਾਂ ਹੀ ਨਿਊਜ਼ ਅਪਡੇਟ ਆਇਆ ਇੱਕ, ਇਹਦੇ ਵਿੱਚ ਬੜੀ ਵੱਡੀ ਕਾਰਵਾਈ ਕੀਤੀ ਇਲੈਕਸ਼ਨ ਕਮਿਸ਼ਨ ਨੇ। ਉਹਨਾਂ ਦਾ ਮੇਰੇ ਖਿਆਲ ਦੇ ਨਾਲ ਜਿਹੜਾ ਮੁੱਖ ਸੈਕਟਰੀ ਆ ਤੇ ਇੱਕ ਜਿਹੜਾ ਗ੍ਰਹਿ ਸੈਕਟਰੀ, ਹੋਮ ਸੈਕਟਰੀ ਆ, ਉਹਨਾਂ ਦੋਨਾਂ ਦੀ ਛੁੱਟੀ ਕਰ ਦਿੱਤੀ ਗਈ ਆ। ਤੇ ਨਾਲ ਹੀ ਇਹ ਐਲਾਨ ਕੀਤਾ ਗਿਆ EC ਵੱਲੋਂ, ਇਲੈਕਸ਼ਨ ਕਮਿਸ਼ਨ ਵੱਲੋਂ, ਕਿ ਵੀਰਵਾਰ 10 ਵਜੇ ਹੀ ਇੱਥੇ ਜੋ ਚੋਣ ਪ੍ਰਚਾਰ ਹੈ ਉਹ ਥੰਮ ਜਾਊਗਾ। ਤਾਂ ਇਹ ਵੱਡੀ ਕਾਰਵਾਈ ਕੀਤੀ ਗਈ ਆ। ਉੱਥੇ ਜੋ ਹਿੰਸਾ ਹੋਈ ਆ ਕੱਲ, ਤਾਂ ਉਹਦੀ ਆਪਾਂ ਗੱਲ ਕੀਤੀ ਹੋਈ ਸੀਗੀ, ਚਰਚਾ ਕੀਤੀ ਹੋਈ ਸੀਗੀ। ਪਰ ਬਾਅਦ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਜੋ ਕੁਛ ਵਾਪਰਿਆ ਉਹ ਬੜਾ ਗੌਰ ਕਰਨ ਵਾਲਾ ਸੀਗਾ, ਕਿਉਂਕਿ ਉਹਦੇ ਵਿੱਚ ਹੋਇਆ ਕੀ ਆ ਕਿ ਜਿਸ ਤਰੀਕੇ ਨਾਲ ਮਮਤਾ ਬੈਨਰਜੀ ਨੇ ਇਹਨਾਂ ਤੇ ਮੋੜਵਾਂ ਵਾਰ ਕੀਤਾ, ਉਹ ਬੜਾ ਤਿੱਖਾ ਵਾਰ ਸੀਗਾ। ਉਹਨੇ ਜੋ ਇੱਕ ਸਟੇਟਮੈਂਟ ਦਿੱਤੀ, ਉਹ ਮੈਂ ਸੰਖੇਪ ਦੇ ਵਿੱਚ ਜੇ ਤੁਹਾਨੂੰ ਦੱਸ ਦੇਵਾਂ, ਉਹ ਕਹਿੰਦੀ ਗੁੰਡਾ ਗੁੰਡਾ ਗੁੰਡਾ, ਨਰਿੰਦਰ ਮੋਦੀ ਗੁੰਡਾ, ਅਮਿਤ ਸ਼ਾਹ ਗੁੰਡਾ, ਇਹ ਬੰਗਾਲੀ ਵਿਰਾਸਤ ਨੂੰ ਵਟਾਉਣ ਲਈ UP, ਬਿਹਾਰ, ਰਾਜਸਥਾਨ, ਝਾਰਖੰਡ ਤੋਂ ਗੁੰਡੇ ਲੈ ਕੇ ਆਏ ਸੀ। ਮੈਂ ਇਹਨਾਂ ਨੂੰ ਛੱਡਾਂਗੀ ਨਹੀਂ, ਮੈਂ ਕਸਮ ਖਾਨੀ ਆ, ਜੇ ਚਾਹਾਂ ਤਾਂ ਦਿੱਲੀ ਜਾ ਕੇ 1 ਮਿੰਟ ਦੇ ਵਿੱਚ ਹੀ ਮੈਂ ਇਹਨਾਂ ਦੇ ਦਫ਼ਤਰ ਤੇ ਘਰਾਂ ਤੇ ਕਬਜ਼ਾ ਕਰ ਸਕਦੀ ਹਾਂ। ਤੇ ਹੁਣ ਤੇ ਹੱਦ ਹੋ ਗਈ ਆ ਕਿ ਇਹੋ ਜਿਹੇ ਲੋਕਾਂ ਨੂੰ ਬੰਗਾਲ ਪਸੰਦ ਕਰੂਗਾ। ਆਹ ਸਟੇਟਮੈਂਟ ਸੀਗੀ ਮਮਤਾ ਬੈਨਰਜੀ ਦੀ ਅੱਜ ਦਿਨ ਚੜ੍ਹਦੇ। ਫਿਰ ਉਸ ਤੋਂ ਬਾਅਦ ਹੋਰ ਵੀ ਉਹਨਾਂ ਨੇ ਸ਼ਬਦੀ ਹਮਲੇ ਕੀਤੇ ਆ। ਖਾਸ ਤੌਰ ਤੇ ਇੱਕ ਹੋਰ ਸਟੇਟਮੈਂਟ ਸੀਗੀ ਜਿਹੜੀ ਮੈਂ ਕੋਟ ਕਰਨੀ ਚਾਹੂੰਗਾ ਕਿ ਘਟਨਾ ਦੀ ਨਿੰਦਾ ਕਰਨ ਲਈ ਮੇਰੇ ਕੋਈ ਸ਼ਬਦ ਨਹੀਂ ਹੈ, ਮੈਂ ਖੁਦ ਸ਼ਰਮਿੰਦਾ, ਮਾਫੀ ਮੰਗਦੀ ਹਾਂ ਕਿ ਬੰਗਾਲੀ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਤੋਂ ਅਸੀਂ ਈਸ਼ਵਰ ਚੰਦਰ ਵਿਦਿਆਸਾਗਰ ਦਾ ਸਨਮਾਨ ਨਹੀਂ ਕਰ ਸਕੇ। ਸੋ ਹੁਣ ਮਾਮਲਾ ਕਿੱਥੇ ਵਿਗੜ ਗਿਆ? ਵਿਦਿਆਸਾਗਰ ਜੀ ਦੀ ਮੂਰਤੀ ਖੰਡਿਤ ਹੋਣ ਨਾਲ। ਕਿਉਂਕਿ ਜਦੋਂ ਕੱਲ ਕਲੈਸ਼ ਹੋਇਆ, ਇਹਨਾਂ ਦਾ ਕਲੈਸ਼ ਜਿਹੜਾ ਉਹ ਹੋਇਆ ਕੈਲਕੱਟਾ ਯੂਨੀਵਰਸਿਟੀ ਦੇ ਨੇੜੇ ਕਾਲਜ ਸਟਰੀਟ ਦੇ ਵਿੱਚ। ਉੱਥੇ ਹੀ ਇਹ ਇੰਸਟੀਚਿਊਟ ਸੀਗਾ ਈਸ਼ਵਰ ਚੰਦਰ ਵਿਦਿਆਸਾਗਰ ਜੀ ਦਾ। ਇਹ ਬਹੁਤ ਮਹਾਨ ਚਿੰਤਕ ਹੋਏ ਆ ਬੰਗਾਲੀ। ਇਹ ਸਿੱਖਿਆ ਸ਼ਾਸਤਰੀ ਵੀ ਸੀਗੇ, ਫਿਰ ਇਸ ਤੋਂ ਇਲਾਵਾ ਫਰੀਡਮ ਫਾਈਟਰ ਵੀ ਸੀਗੇ, ਦਲਿਤ ਹੱਕਾਂ ਦੇ ਰਾਖੇ ਵੀ ਸੀਗੇ। ਤਾਂ ਬਹੁਤ ਜ਼ਿਆਦਾ ਇਹਨਾਂ ਦੀ ਮਹਾਨਤਾ ਹੈ ਬੰਗਾਲੀ ਸੱਭਿਆਚਾਰ ਦੇ ਵਿੱਚ। ਇੱਥੋਂ ਤੱਕ ਕਿ ਰਵਿੰਦਰ ਨਾਥ ਟੈਗੋਰ ਨੇ ਇਹਨਾਂ ਨੂੰ ਮਹਾਪੁਰਸ਼ ਦੀ ਉਪਾਧੀ ਦਿੱਤੀ ਹੋਈ ਹੈ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀਆਂ ਭਾਵਨਾਵਾਂ ਬੰਗਾਲੀਆਂ ਦੀਆਂ ਇਹਨਾਂ ਦੇ ਨਾਲ ਹੋਣਗੀਆਂ। ਤਾਂ ਇਹਨਾਂ ਦੀ ਮੂਰਤੀ ਟੁੱਟ ਗਈ। ਹੁਣ ਇਹ ਜਿਹੜੀ ਮੂਰਤੀ ਸੀਗੀ ਇਹ ਇੱਕ ਇੰਸਟੀਚਿਊਟ ਦੇ ਅੰਦਰ ਸੀਗੀ। ਇਹਨਾਂ ਨੇ ਕੁਛ ਵੀਡੀਓਗ੍ਰਾਫ ਉਹ ਜਾਰੀ ਕਰ ਦਿੱਤੇ, ਕੁਛ ਮੈਸੇਂਜਰ ਦੇ ਚੈਟ ਸੀਗੇ ਜਿਹੜੇ ਉਹ ਪਬਲਿਕ ਕਰ ਦਿੱਤੇ। ਖਾਸ ਤੌਰ ਤੇ WhatsApp ਦੀ ਚੈਟ ਜਿਹੜੀ ਆ ਉਹ ਪਬਲਿਕ ਕਰ ਦਿੱਤੀ ਕਿ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਨੇ ਇਹ ਸਾਰਾ ਕੁਛ ਕੀਤਾ। ਉਧਰੋਂ ਰਹਿੰਦੀ ਖੁੰਦੀ ਕਸਰ ਕੱਢ ਦਿੱਤੀ। ਤਾਂ ਟੈਲੀਗ੍ਰਾਫ ਅਖਬਾਰ ਨੇ, ਉਹਨਾਂ ਦੀ ਇੱਕ ਰਿਪੋਰਟ ਆਈ। ਰਿਪੋਰਟ ਦੇ ਵਿੱਚ ਇੱਕ ਸਟੂਡੈਂਟ ਜਿਹੜਾ ਕਿ ਪ੍ਰਤੱਖਦਰਸ਼ੀ ਹੋਣ ਦਾ ਦਾਅਵਾ ਕਰਦਾ ਸੀਗਾ, ਉਹਨੇ ਆਖਿਆ, ਉਹ ਕਹਿੰਦਾ ਕਿ ਜਿਹੜੇ ਮੁੰਡੇ ਇੱਥੋਂ ਇਹ ਮੂਰਤੀ ਤੋੜ ਕੇ ਭੱਜੇ ਆ, ਉਹਨਾਂ ਨੇ ਇਹੋ ਹੀ ਕਿਹਾ ਕਿ ਵਿਦਿਆਸਾਗਰ ਦੇ ਦਿਨ ਪੁੱਗ ਗਏ, ਹਾਊਸ ਦਾ ਜੋਸ਼ ਉਹਨਾਂ ਨੇ ਨਾਰਾ ਲਾਇਆ। ਯਾਨੀ ਇਹ ਨਾਰਾ ਜਿਹੜਾ ਭਾਰਤੀ ਜਨਤਾ ਪਾਰਟੀ ਵਾਲਿਆਂ ਵੱਲੋਂ ਲਾਇਆ ਜਾਂਦਾ। ਤਾਂ ਇਹ ਦਿਨ ਦੇ ਵਿੱਚ ਕਸ਼ਮਕਸ਼ ਸ਼ੁਰੂ ਹੋ ਗਈ। ਇਹਨਾਂ ਨੇ ਪਲਟਵਾਂ ਵਾਰ ਕੀਤਾ ਭਾਰਤੀ ਜਨਤਾ ਪਾਰਟੀ ਵਾਲਿਆਂ। ਇਹ ਕਹਿੰਦੇ ਕਿ ਦੇਖੋ ਉੱਥੇ ਦੋਹਰੇ ਕਮਰੇ ਦੇ ਵਿੱਚ ਇਹ ਮੂਰਤੀ ਆ, ਚਾਬੀ ਪ੍ਰਸ਼ਾਸਕੀ ਅਧਿਕਾਰੀਆਂ ਦੇ ਕੋਲ ਆ, ਅਸੀਂ ਉੱਥੇ ਜਾ ਕੇ ਮੂਰਤੀ ਕਿਸ ਤਰ੍ਹਾਂ ਤੋੜ ਸਕਦੇ ਹਾਂ। ਤਾਂ ਇਹਨਾਂ ਨੇ ਵੀ ਕੁਛ ਫੋਟੋਗ੍ਰਾਫ ਸੀਗੇ ਜਿਹੜੇ ਉਹ ਰਿਲੀਜ਼ ਕਰ ਦਿੱਤੇ, ਪਬਲਿਕ ਕਰ ਦਿੱਤੇ, ਪ੍ਰੈਸ ਦੇ ਸਾਹਮਣੇ ਰੱਖ ਦਿੱਤੇ। ਇਸ ਤੋਂ ਇਲਾਵਾ ਜੰਤਰ ਮੰਤਰ ਤੇ ਜਾ ਕੇ ਇਹਨਾਂ ਨੇ ਇੱਕ ਸਾਇਲੈਂਟ ਪ੍ਰੋਟੈਸਟ ਵੀ ਕੀਤਾ। ਤਾਂ ਇੱਥੋਂ ਤੱਕ ਗੱਲ ਚਲੇ ਗਈ। ਹੁਣ ਮਾਮਲਾ ਕੀ ਬਣ ਗਿਆ? ਮਾਮਲਾ ਇਹ ਬਣ ਗਿਆ ਰਾਜ ਕਰਨਵੀਰ ਸਿੰਘ ਦੀ ਜਿਹੜੀ ਪਹਿਲੀ ਸਟੇਟਮੈਂਟ
ਮੈਂ ਕੋਟ ਕੀਤੀ ਆ, ਉਹਦੇ 'ਚ ਹੁਣ ਦੇਖੋ ਕੀ ਕਹਿ ਰਹੀ ਆ ਬੀਬੀ ਮਮਤਾ ਬੈਨਰਜੀ ਕਿ ਕੁਝ ਗੁੰਡਿਆਂ ਨੇ ਬਾਹਰੋਂ ਆ ਕੇ ਬੰਗਾਲੀ ਵਿਰਾਸਤ ਤੇ ਹਮਲਾ ਕੀਤਾ ਜੀ। ਤਾਂ ਦਰਅਸਲ ਵਾਕਿਆ ਉਹਨੂੰ ਲੱਗਦਾ ਹੈ ਹਮਲਾ ਤੇ ਹੋਇਆ, ਹਮਲਾ ਉਹਦੇ ਸਿਆਸੀ ਜੋ ਕਿਲਾ ਸੀਗਾ ਨਾ ਉਹਦੇ ਤੇ ਹੋਇਆ। ਤਾਂ ਉਹਨੇ ਇਸ ਰੁਖ ਨੂੰ ਪਲਟਿਆ ਕਿੱਦਾਂ ਬੀਬੀ ਨੇ, ਉਹਦੀ ਚਲਾਕੀ ਆ, ਕਿਉਂਕਿ ਉਹਨੇ ਮਾਮਲਾ ਠੀਕ ਬਾਹਰੀ ਵਰਸਜ ਬੰਗਾਲੀ ਬਣਾ ਦਿੱਤਾ, ਜਿਸ ਤਰ੍ਹਾਂ ਅੱਗੇ ਬਿਹਾਰੀ ਵਰਸਜ ਬਾਹਰੀ ਬਣ ਗਿਆ। ਤਾਂ ਕੁੱਲ ਮਿਲਾ ਕੇ ਗੇਮ ਜਿਹੜੀ ਹੈ ਚੇਂਜ ਹੋਈ ਆ, ਔਰ ਉੱਥੋਂ ਦੇ ਰਾਜਸੀ ਹਾਲਾਤ ਤਾਂ ਪਹਿਲਾਂ ਹੀ ਚੇਂਜ ਨੇ, ਕਿਉਂਕਿ ਖੱਬੇ ਜਿਹੜੇ 3.5 ਦਹਾਕਿਆਂ ਦਾ ਰਾਜ ਕਰਕੇ ਮੁੜ ਕੇ ਹੁਣ ਆਸ਼ੀਅਤ ਆ, ਉਹ ਵਿੱਚ ਲਾਲ ਸਲਾਮ ਦੀ ਥਾਂ ਤੇ ਕਦੇ ਕਦੇ ਦੂਜਾ ਸਲਾਮ ਵੀ ਕਰ ਜਾਂਦੇ ਉਹਨਾਂ ਦੇ ਬੰਦੇ ਆ ਜਿਹੇ, ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਡਾਇਰੈਕਟਲੀ ਮਮਤਾ ਬੈਨਰਜੀ ਤੋਂ ਸੱਤਾ ਨਹੀਂ ਖੋਲ ਸਕਦੇ, ਇਹ ਆਉਣਗੇ ਇਹ ਆਪਣੇ ਆਪ ਮੁੜ ਕੇ ਡਿੱਗਣਗੇ, ਫਿਰ ਸਾਡਾ ਦਾ ਲੱਗ ਸਕਦਾ। ਤਾਂ ਉੱਥੇ ਗੇਮ ਇਹ ਚੱਲਣ ਰਹੀ ਆ ਕਿ ਜਿਹੜੇ ਇਹ ਹੈਗੇ ਭਾਰਤੀ ਜਨਤਾ ਪਾਰਟੀ ਵਾਲੇ ਚਾਹੁੰਦੇ ਆ ਕਿ ਖਿੱਚ ਧੂ ਕੇ ਅਸੀਂ ਅੱਧੀਆਂ ਕੁ ਸੀਟਾਂ ਉੱਥੋਂ ਖੜੀਏ, ਖਿੱਚ ਧੂ ਕੇ, ਯਾਨੀ 20, 22, 15 ਤੱਕ ਅਸੀਂ ਜ਼ਰੂਰ ਪਹੁੰਚੀਏ 40-42 ਦੇ ਵਿੱਚੋਂ। ਤਾਂ ਉੱਥੇ ਇਸ ਕਰਕੇ ਜ਼ੋਰ ਲੱਗਾ ਹੋਇਆ ਕਿਉਂਕਿ ਆਖਰੀ ਗੇੜ ਆ। ਤਾਂ ਇਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਪਹਿਲਾਂ ਬੰਗਾਲ ਵਾਲਿਆਂ ਨੇ, ਬੰਗਾਲੀ ਸਰਕਾਰ ਨੇ ਇਹ ਰੋਡ ਸ਼ੋ ਜਿਹੜਾ ਸੀਗਾ ਉਸ ਤੋਂ ਪਹਿਲਾਂ ਜਿਹੜੀ ਰੈਲੀ ਹੋਣੀ ਸੀ ਉਹਨੂੰ ਅਲਾਓ ਨਹੀਂ ਸੀ ਕੀਤਾ। ਜਦੋਂ ਅਲਾਓ ਨਹੀਂ ਸੀ ਕੀਤਾ ਤਾਂ ਫਿਰ ਅਮਿਤ ਸ਼ਾਹ ਨੇ ਇੱਕ ਚੈਲੰਜ ਕੀਤਾ ਸੀਗਾ, ਉਹਨੇ ਆਖਿਆ ਕਿ ਸ਼੍ਰੀ ਰਾਮ ਦਾ ਨਾਅਰਾ ਲਾ ਕੇ ਮੈਂ ਨਿਕਲੂੰਗਾ ਰੋਡ ਸ਼ੋ ਲਈ, ਮੈਨੂੰ ਫੜ ਕੇ ਦਿਖਾਓ। ਇੱਥੋਂ ਹੀ ਸਾਰਾ ਇੱਕ ਮਸਾਨ ਸ਼ੁਰੂ ਹੋਇਆ। ਤਾਂ ਇਹ ਮਾਮਲਾ ਜਿਹੜਾ ਉਹ ਬਹੁਤ ਦੂਰ ਤੱਕ ਚਲੇ ਗਿਆ, 6 ਫੇਸ ਹੋਏ ਆ, ਸਾਰਿਆਂ ਦੇ ਵਿੱਚ ਉੱਥੇ ਹਿੰਸਾ ਹੋਈ ਆ। ਜਿਹੜਾ ਆਖਰੀ ਗੇੜ ਆ ਮੈਨੂੰ ਨਹੀਂ ਲੱਗਦਾ ਇਹ ਵੀ ਸੁੱਕਾ ਜਾਊਗਾ ਜਿਸ ਤਰ੍ਹਾਂ ਦਾ ਉੱਥੇ ਮਾਹੌਲ ਬਣ ਗਿਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਯੂਪੀ ਵਿੱਚ EVM ਬਦਲਣ ਨੂੰ ਲੈ ਕੇ ਧਰਨਾ, ਹਰਿਆਣੇ ਵਿੱਚ ਵੀ ਹਲਚਲ ਹੋਈ ਆ। ਦੇਖੋ ਯੂਪੀ ਦੇ ਵਿੱਚ ਜੋ ਕੁਛ ਵਾਪਰਿਆ ਨਾ ਉਹ ਬੜਾ ਦਿਲਚਸਪ ਆ, ਕਿਉਂਕਿ ਉੱਥੇ ਇੱਕ ਡੁਮਰੀਆਗੰਜ ਸੰਸਦੀ ਸੀਟ ਆ, ਉਹਦੇ ਵਿੱਚ ਜੋ ਸਿਧਾਰਥ ਨਗਰ 'ਚ EVM ਰੱਖੀਆਂ ਗਈਆਂ ਸੀ ਸਟਰੋਂਗ ਰੂਮ ਦੇ ਵਿੱਚ, ਰੌਲਾ ਇਹ ਪਿਆ ਕਿ ਉੱਥੋਂ 2 ਗੱਡੀਆਂ 'ਚੋਂ ਇਹ ਮਸ਼ੀਨਾਂ ਲੱਦ ਕੇ ਬਾਹਰ ਕੱਢੀਆਂ ਜਾ ਰਹੀਆਂ ਸੀ। ਤਾਂ ਉੱਥੇ ਜਿਹੜੇ ਬਹੁਜਨ ਸਮਾਜ ਪਾਰਟੀ ਵਾਲੇ ਜਾਂ ਸਮਾਜਵਾਦੀਏ ਬੈਠੇ ਸੀਗੇ, ਕਿਉਂਕਿ ਵੈਸੇ ਅਲੱਗ-ਅਲੱਗ ਨੇ ਇਹ ਦੋਨੇ, ਪਰ ਅੱਜ ਕੱਲ੍ਹ ਕਿਉਂਕਿ ਬੂਆ ਔਰ ਬੱਬੂਆ ਇਕੱਠੇ ਆ, ਇਹਨਾਂ ਨੇ ਤੰਬੂ ਉੱਥੇ ਇਕੱਠਾ ਹੀ ਲਾਇਆ ਹੋਣਾ, ਤੰਬੂ ਮੈਂ ਬੱਬੂ ਇਕੱਠਿਆਂ ਨੂੰ ਲਾਇਆ ਹੋਣਾ, ਕਿਉਂਕਿ ਇੱਥੇ ਦੇਖੋ ਪੁਰਾਣੇ ਜ਼ਮਾਨੇ ਲੱਦ ਗਏ ਆ। ਅੱਜ ਕੱਲ ਆਪਣੇ ਮਾਲ ਅਸਬਾਬ ਦਾ ਤੇ ਛੱਡੋ, ਅਗਲਾ EVM ਦਾ ਵੀ ਵਸਾ ਨਹੀਂ ਕਰਦਾ। ਜਦ ਤੱਕ EVM ਸਟਰੋਂਗ ਰੂਮ 'ਚ ਪਈ ਆ, ਅਗਲਾ ਮੂਹਰੇ ਦਰਾਂ 'ਚ ਪੱਟੀ ਵਿਛਾ ਕੇ ਬੈਠਾ ਹੁੰਦਾ ਕਿ ਭਾਈ ਇੱਕ ਪਲ ਵੀ ਸੁਣਨੀ ਨਹੀਂ ਛੱਡਣੀ, ਜਿਹੜਾ ਗਾਣਾ ਨਹੀਂ ਕਿਹਾ ਸੁਣਨੀ ਨਾ ਛੱਡਿਆ ਕਰ ਵੀ ਮੈਨੂੰ ਖਤਰਾ ਹੋ ਜਾਊ। ਤਾਂ ਉਹ ਇੱਕ ਪਲ ਲਈ ਵੀ ਚਾਹੇ ਮਹੀਨਾ ਬੈਠਣਾ ਪਵੇ, ਉਹ ਤੰਬੂ ਗੱਡ ਕੇ ਬਹਿ ਜਾਂਦੇ ਆ ਜਿਹੜੇ ਵੀ ਉੱਥੇ ਪਾਰਟੀਆਂ ਵਾਲੇ ਹੁੰਦੇ ਆ। ਤਾਂ ਇਹਨਾਂ ਨੇ ਉਹ 2 ਟਰੱਕ ਘੇਰੇ, 2 ਗੱਡੀਆਂ ਘੇਰੀਆਂ। ਹੁਣ ਇਹ ਤੇ ਕਹਿੰਦੇ ਆ ਕਿ ਉਹ ਗੱਡੀਆਂ ਜਿਹੜੀਆਂ ਸਨ ਵੀ ਬੇਨੰਬਰੀ, ਮਤਲਬ ਕਿ ਉਹਨਾਂ ਤੇ ਨੰਬਰ ਨਹੀਂ ਸੀਗਾ। ਉੱਥੋਂ ਰੌਲਾ ਪੈ ਗਿਆ। ਹੁਣ ਜਿਹੜੇ ਉੱਥੋਂ ਦੇ ਅਧਿਕਾਰੀ ਆ ਉਹ ਕਹਿੰਦੇ ਆ ਕਿ ਦੇਖੋ ਜੀ ਇਹ ਜਿਹੜੀਆਂ ਕੋਈ ਬਚੀਆਂ ਹੋਈਆਂ EVM ਮਸ਼ੀਨਾਂ ਸੀ ਇਹ ਇੱਥੋਂ ਸ਼ਿਫਟ ਕਰਕੇ ਦੇਵਰੀਆ ਭੇਜਣੀਆਂ, ਮਤਲਬ ਵਾਪਰ ਮਸ਼ੀਨਾਂ ਸੀਗੀਆਂ ਜੋ, ਉਹ ਅਸੀਂ ਉਸ ਤੇ ਦੂਸਰੀ ਥਾਂ ਤੇ ਸ਼ਿਫਟਿੰਗ ਕਰਨੀ ਸੀਗੀ ਉਹਨਾਂ ਦੀ। ਤਾਂ ਦੂਸਰੇ ਪਾਸੇ ਹਰਿਆਣੇ ਦੇ ਫਤਿਆਬਾਦ ਤੋਂ ਵੀ ਇੱਕ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ। ਉਹਦੇ ਵਿੱਚ ਵੀ ਦੱਸਦੇ ਆ ਕਿ ਟਰੱਕ ਦੇ ਵਿੱਚ EVM ਮਸ਼ੀਨਾਂ ਜਿਹੜੀਆਂ ਉਹ ਲੋਡ ਕੀਤੀਆਂ ਫੜੀਆਂ ਕਾਂਗਰਸੀਆਂ ਨੇ। ਜਦੋਂ ਟਰੱਕ ਡਰਾਈਵਰ ਨੂੰ ਪੁੱਛਿਆ ਗਿਆ ਕਿ ਭਾਈ ਤੇਰੇ ਕੋਲ ਕੋਈ ਲਿਖਤੀ ਪਰਮਿਸ਼ਨ ਵਗੈਰਾ ਹੈ ਟਰਾਂਸਪੋਰਟੇਸ਼ਨ ਦੀ, ਤਾਂ ਉਹਨੇ ਕੋਈ ਵੀ ਭਰੋਸੇਯੋਗ ਜਵਾਬ ਨਹੀਂ ਦਿੱਤਾ ਉਹਨਾਂ ਨੂੰ। ਤਾਂ ਉੱਥੋਂ ਇਹ ਵੀ ਮਾਮਲਾ ਜਿਹੜਾ ਉਹ ਵਿਗੜ ਗਿਆ। ਇਹਨਾਂ ਨੇ ਹਾਲਾਂਕਿ ਅਧਿਕਾਰਤ ਕੋਈ ਆਗਿਆ ਨਾ ਹੋਣ ਕਰਕੇ ਟਰੱਕ ਜਿਹੜਾ ਵਾਪਸ ਪਰਤਾ ਦਿੱਤਾ। ਜੇ ਉਹ EVM ਮਸ਼ੀਨਾਂ ਲੈ ਕੇ ਅੰਦਰ ਜਾਂਦਾ ਤੇ ਇਹਨਾਂ ਨੂੰ ਖਦਸ਼ਾ ਇਹ ਸੀਗਾ ਕਿ ਸ਼ਾਇਦ ਅਦਲਾ ਬਦਲੀ ਹੋ ਜਾਂਦੀ, ਮਤਲਬ ਬਾਹਰੋਂ ਜਿਹੜੀਆਂ ਮਸ਼ੀਨਾਂ ਲਿਆਂਦੀਆਂ ਸਟਰੋਂਗ ਰੂਮ 'ਚ ਰੱਖ ਕੇ ਜਿਹੜੀਆਂ ਸਟਰੋਂਗ ਰੂਮ ਵਾਲੀਆਂ ਉਹ ਬਦਲ ਦਿੱਤੀਆਂ ਜਾਂਦੀਆਂ। ਤਾਂ ਇਹੋ ਜਿਹਾ ਮਾਹੌਲ ਬਣਿਆ ਪਿਆ। ਹੁਣ ਦੇਖੋ ਬੜੀ ਸਰਲ ਜੀ ਗੱਲ ਹੈ, ਬੜੀ ਸਾਦੀ ਜੀ ਗੱਲ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਅਦਲਾ ਬਦਲੀ ਕਰਨੀ ਆ ਤਾਂ ਘੱਟੋ ਘੱਟ ਹੁਣ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਦਰਾਂ 'ਚ ਉੱਥੇ ਬੈਠੇ ਆ ਸਾਰੀਆਂ ਪਾਰਟੀਆਂ ਵਾਲੇ, ਤੁਸੀਂ ਪਹਿਲਾਂ ਉਹਨਾਂ ਨੂੰ ਭਰੋਸੇ 'ਚ ਲੈ ਲਓ ਭਾਈ ਆਹ ਸਭ ਕੁਛ ਕਰਨਾ, ਆਹ ਲਿਖੀ ਪੱਤਰੀ ਆ, ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਓ, ਮੁੜ ਕੇ ਰੌਲਾ ਨਾ ਪਾਇਓ। ਕਿਉਂਕਿ ਤੁਹਾਨੂੰ ਵੀ ਪਤਾ ਕਿ ਅੱਜ ਕੱਲ ਹਾਰੇ ਦਾ ਹਰੀਓਮ ਨਹੀਂ ਹੁੰਦਾ, ਅੱਜ ਕੱਲ ਹਾਰੇ ਦੀ EVM ਹੁੰਦੀ ਆ। ਹਰੇਕ ਹਾਰੇ ਨੇ ਮੁੜ ਕੇ ਹਰੀਓਮ ਦਾ ਆਸਰਾ ਲੈਣ ਦੀ ਥਾਂ ਤੇ EVM ਦਾ ਆਸਰਾ ਲੈਣਾ। ਤਾਂ ਤੁਸੀਂ ਰੱਫੜ ਪੈਣ ਦੀ ਥਾਂ ਤੇ ਇਹ ਚੀਜ਼ਾਂ ਕਿਉਂ ਨਹੀਂ ਜੇ ਕਰਦੇ, ਬਹੁਤ ਵੱਡਾ ਸਵਾਲ ਹੈ। ਤਾਂ ਲੱਗਦਾ ਇਹੋ ਆ
ਕਿ ਜਿਵੇਂ ਪੰਜਾਬੀ ਕਹਿੰਦੇ ਹੁੰਦੇ ਨਾ ਸਰੰਗੀ ਟੁੱਟਣੀ ਹੈ ਤੇ ਨਾ ਹੀਰ ਮੁੱਕਣੀ ਆ। ਇਹ ਰੌਲਾ, ਇਹ ਰਫੜ ਹੈ ਜਿਹੜਾ EVM ਵਾਲਾ, ਉਹ ਮੇਰੇ ਖਿਆਲ ਦੇ ਨਾਲ ਨਤੀਜਾ ਤੋਂ ਬਾਅਦ ਵੀ ਚੱਲੂਗਾ, ਨਤੀਜਾ ਤੋਂ ਪਹਿਲਾਂ ਤੇ ਚੱਲਦਾ ਹੀ ਪਿਆ। ਬਿਲਕੁਲ ਸਹੀ ਗੱਲ ਜੀ। ਅਗਲੀ ਗੱਲ ਕਰਦੇ, ਕਹਿੰਦੇ ਇਸ ਵਾਰ ਸੰਸਦ ਦੇ ਵਿੱਚ ਦਾਗੀਆਂ ਦੀ ਤਾਦਾਦ ਵਾਹਵਾ ਹੋਵੇਗੀ। ਜਦੋਂ 2014 ਦੇ ਵਿੱਚ ਪ੍ਰਧਾਨ ਮੰਤਰੀ ਸੀਗਾ ਨਾ ਕੰਪੇਨ 'ਚ, ਤੇ ਉਦੋਂ ਸਭ ਤੋਂ ਜ਼ੋਰਦਾਰ ਭਾਸ਼ਣ, ਸਭ ਤੋਂ ਜ਼ੋਰਦਾਰ ਤਕਰੀਰ ਇਹਦੀ ਉਹੀ ਸੀਗੀ ਜਿਹਦੇ ਵਿੱਚ ਆਖਿਆ ਸੀਗਾ ਕਿ ਸਭ ਤੋਂ ਪਲੇਠਾ ਕੰਮ ਮੈਂ ਜਿਹੜਾ ਕਰੂੰਗਾ ਉਹ ਇੱਕ ਇਤਿਹਾਸਕ ਹੋਊਗਾ। ਮੈਂ ਜਿਹੜਾ ਪਹਿਲਾ ਕੰਮ ਕਰਨਾ ਆਪਣੀ ਟਰਮ ਦਾ ਉਹ ਇਹ ਵਾ ਕਿ ਮੈਂ ਜਿਹੜੀ ਸੰਸਦ ਹੈ ਉਹ ਵਿਦਾਗ ਕਰਨੀ ਹੈ। ਤੇ ਵਿਦਾਗ ਕਿੰਨੀ ਕੁ ਹੋਈ ਆ ਇਹ ਤੁਸੀਂ ਆਪ ਹੀ ਦੇਖ ਲਓ, ਕਿਉਂਕਿ ਮੈਨੂੰ ਜੇ ਆંકੜਾ ਦੱਸਣਾ ਪਿਆ ਤਾਂ ਫਿਰ ਕਈ ਵਾਰ ਭਗਤ ਜਿਹੜੇ ਉਹ ਪਿੱਛੇ ਪੈ ਜਾਂਦੇ ਆ ਡਾਂਗਾ ਲੈ ਕੇ। ਤਾਂ ਇਹ ਜਿਹੜੀ ਸੰਸਦ ਸੀਗੀ ਇਹ ਦਾਗੀ ਦੀ ਦਾਗੀ ਰਹੀ, ਲਗਭਗ ਤੀਜਾ ਹਿੱਸਾ ਦਾਗੀਆਂ ਦਾ ਇਹਦੇ ਵਿੱਚ ਪੂਰੀ ਟਰਮ ਕਰਕੇ ਗਿਆ। ਕੱਖ ਨਹੀਂ ਹੋਇਆ, ਕੱਖ ਨਹੀਂ ਬਦਲਿਆ। ਤਾਂ ਸੂਰਤ ਹਾਲ ਇਹ ਆ ਕਿ ਹੁਣ ਜਿਹੜੀ ਵਾਰੀ ਅਗਲੀ ਸੰਸਦ ਦੀ ਆਉਣ ਲੱਗੀ ਆ ਉਹਦੇ ਵਿੱਚ ਵੀ ਜਾਪਦਾ ਕਿ ਸਥਿਤੀ ਜਿਉਂ ਦੀ ਤਿਉਂ ਹੀ ਰਹਿਣੀ ਆ, ਬਦਲਾ ਕੱਖ ਨਹੀਂ ਹੈ। ਕਿਉਂਕਿ ਦੇਖੋ ਜੇ ਓਵਰਆਲ ਆંકੜੇ ਹੁਣ ਦੇਖੀਏ ਜੋ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮ ਹੈ ADR, ਕਿਉਂਕਿ ਉਹਨਾਂ ਨੇ ਸਾਰੇ ਆંકੜੇ ਜੁਟਾ ਲਏ ਆ। ਤਕਰੀਬਨ ਇਲੈਕਸ਼ਨ ਹੈ ਜਿਹੜਾ ਇੰਡੀਆ ਦਾ ਹੋ ਚੁੱਕਾ ਵਾ, ਨਾਮਜ਼ਦਗੀਆਂ ਫਾਈਲ ਹੋ ਗਈਆਂ, ਜਿਹੜੇ ਡਾਕੂਮੈਂਟਸ ਇਹਨਾਂ ਨੇ ਫਿਲ ਕੀਤੇ ਹੁੰਦੇ ਆ, ਸਬਮਿਟ ਕੀਤੇ ਹੁੰਦੇ ਆ, ਉਹ ਸਾਰੇ ਨਿਕਲ ਗਏ ਆ। ਐਫੀਡੈਵਿਟ ਜਿਹੜੇ ਖੰਗਾਲੇ ਜਾ ਚੁੱਕੇ। ਤਾਂ ਆંકੜੇ ਕੀ ਬੋਲਦੇ ਆ? ਆંકੜੇ ਬੋਲਦੇ ਆ ਕਿ 543 ਸੀਟਾਂ ਵਾਸਤੇ 8000 ਉਮੀਦਵਾਰ ਜਿਹੜੇ ਉਹ ਇਸ ਟਾਈਮ ਮੈਦਾਨ ਦੇ ਵਿੱਚ ਆ, ਔਰ ਜਿਹੜੇ 8000 ਉਮੀਦਵਾਰ ਆ ਉਹਨਾਂ ਦੇ ਵਿੱਚੋਂ 1500 ਯਾਨੀ 19% ਜਿਹੜੇ ਉਮੀਦਵਾਰ ਆ ਉਹ ਦਾਗੀ ਆ, ਯਾਨੀ ਅਪਰਾਧੀ ਆ, ਉਹਨਾਂ ਦਾ ਕ੍ਰਿਮੀਨਲ ਰਿਕਾਰਡ ਆ। ਔਰ ਜਿਹੜੇ 1500 ਆ ਇਹਨਾਂ ਦੇ ਵਿੱਚੋਂ 1070 ਉਮੀਦਵਾਰ ਇਸ ਤਰ੍ਹਾਂ ਦੇ ਆ, ਯਾਨੀ 13%, ਉਹ ਜਿਨ੍ਹਾਂ ਦੇ ਖਿਲਾਫ ਮਰਡਰ, ਰੇਪ, ਕਿਡਨੈਪਿੰਗ ਜਾਂ ਔਰਤਾਂ ਦਾ ਸ਼ੋਸ਼ਣ ਦਾ ਮਾਮਲਾ ਦਰਜ ਆ। ਤੁਸੀਂ ਦੇਖ ਲਓ ਕਿ ਕਿੰਨੇ ਵੱਡੇ ਵੱਡੇ ਕੇਸ ਆਪਣੇ ਸਿਰ ਤੇ ਲੱਦੀ ਬੈਠੇ। ਕੇਸ ਉਹ ਨਹੀਂ ਜਿਹੜੇ ਰੱਖਦੇ ਆਪਾਂ ਜੂੜੇ ਦੇ ਰੂਪ ਚ, ਕੇਸ ਜਿਹੜੇ ਕਿ ਮੁਕੱਦਮੇ ਆ, ਵੇਖੋ ਕਿੱਡੇ ਕਿੱਡੇ ਆਪਣੇ ਸਿਰ ਚ ਪਾਈ ਬੈਠੇ ਆ। ਇਹ ਹਾਲ ਆ, ਇਹ ਸੂਰਤ ਹਾਲ ਆ ਕਿ ਇਸ ਸੰਸਦ ਦੇ ਵਿੱਚ ਤੇ ਦਾਗੀਆਂ ਦੀ ਤਾਦਾਦ ਅੱਛੀ ਖਾਸੀ ਰਹੀ ਆ। ਹੁਣ ਅਗਲੀ ਸੰਸਦ ਦੇ ਵਿੱਚ ਵੀ ਪੂਰੀ ਰਹਿਣ ਦੀ ਸੰਭਾਵਨਾ। ਕਿਉਂ? ਕਿਉਂਕਿ ਦੇਖੋ ਇਹ ਜਿਹੜੇ ਉਮੀਦਵਾਰ ਆ ਨਾ, ਜਿਹੜੀ ਮੈਂ ਤੁਹਾਨੂੰ ਤਾਦਾਦ ਦੱਸੀ ਆ, ਇਹ ਲਗਭਗ ਇੰਨੇ ਆ ਜੀ 8000 ਤੋਂ ਤਕਰੀਬਨ 1500 ਆ, 1500 ਚੋਂ 1077 ਇਸ ਤਰ੍ਹਾਂ ਦਾ। ਇਹਨਾਂ ਦੀ ਜਿਹੜੀ ਵਿਨਿੰਗ ਹੁੰਦੀ ਹੈ ਨਾ ਸੰਭਾਵਨਾ, ਜੇਤੂ ਸੰਭਾਵਨਾ, ਉਹ ਜਿਹੜਾ ਬੰਦਾ ਸਾਦਾ, ਜਿਹੜਾ ਬੰਦਾ ਸੁਧਾਰਨਾ ਉਹ ਤੇ ਉਹ ਜ਼ਿਆਦੀ ਆ ਇੰਡੀਆ 'ਚ। ਇੱਕ ਦਿਲਚਸਪ ਅੰਕੜਾ, ਦਿਲਚਸਪ ਤੱਥ ਆ ਕਿ ਜਿਹੜਾ ਅਪਰਾਧੀ ਆ, ਜਾਨੀ ਲੁਟੇਰਾ, ਬਦਮਾਸ਼, ਕਾਤਲ, ਰੇਪਿਸਟ ਆ, ਉਹਦੀ ਸੰਭਾਵਨਾ ਜਿੱਤਣ ਦੀ ਦੂਸਰੇ ਦੇ ਮੁਕਾਬਲੇ ਹਮੇਸ਼ਾ ਜ਼ਿਆਦਾ ਰਹਿੰਦੀ ਆ, ਵਧੇਰੇ ਰਹਿੰਦੀ ਆ। ਇੱਕ ਤਾਂ ਬਾਹੂਬਲੀ ਹੁੰਦਾ, ਇੱਕ ਪੈਸਾ ਵੀ ਉਹਦੇ ਕੋਲ ਚੰਗਾ ਹੁੰਦਾ। ਸੋ ਇਹ ਜਿਹੜਾ ਚੱਲਣ ਆ ਇਹ ਮੇਰੇ ਖਿਆਲ ਦੇ ਨਾਲ ਐਡੀ ਛੇਤੀ ਰੁਕੇਗਾ ਨਹੀਂ ਜਦੋਂ ਤੱਕ ਕੋਈ ਸਖਤ ਕਾਨੂੰਨ ਨਹੀਂ ਬਣਦਾ, ਕੋਈ ਸਖਤ ਪ੍ਰਬੰਧ ਨਹੀਂ ਕੀਤਾ ਜਾਂਦਾ। ਸੋ ਹਾਲ ਇਹੋ ਹੀ ਆ ਕਿ ਸਾਡੇ ਲੋਕ ਇਹੋ ਜਿਹੇ ਲੋਕਾਂ ਤੋਂ ਤਵੱਕੋ ਰੱਖਦੇ ਆ ਕਿ ਇਹ ਬਦਲਾਅ ਕਰਨਗੇ। ਅਸਲ ਦੇ ਵਿੱਚ ਅਸੀਂ ਮੂਰਖ ਹੁੰਦੇ ਆ ਕਿ ਇਹ ਜਦੋਂ ਬਦਲਾਅ ਹੁੰਦਾ, ਸੱਤਾ ਦਾ ਬਦਲਾਅ ਹੁੰਦਾ, ਅਸੀਂ ਕਹਿੰਦੇ ਆ ਲਓ ਵੀ ਹੁਣ ਸਾਡੇ ਦੁੱਖ ਕੱਟੇ ਗਏ। ਜਨਤਾ ਉੱਥੋਂ ਦੀ ਉੱਥੇ ਖੜੀ ਰਹਿ ਜਾਂਦੀ। ਉਹ ਇੱਕ ਮੂਰਖਪੁਣਾ ਹੁੰਦਾ ਜਦੋਂ ਅਸੀਂ ਇਹ ਉਮੀਦ ਲਾ ਲੈਂਦੇ ਹਾਂ ਕਿ ਲੈ ਹੁਣ ਸਭ ਕੁਝ ਬਦਲ ਜਾਊਗਾ। ਖੈਰ ਬਦਲਿਆ ਇੰਨਾ ਵੈਸੇ ਕਿ ਲੋਕ ਜਿਹੜੇ ਕਮੇਡੀਅਨ ਆ ਉਹਨਾਂ ਨੂੰ ਸੀਰੀਅਸਲੀ ਲਈ ਜਾਂਦੇ ਆ, ਤੇ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੂੰ ਐਜ਼ ਐਨ ਕਮੇਡੀਅਨ ਲਈ ਜਾਂਦੇ ਆ। ਆਹ ਕੁਛ ਬਦਲਿਆ ਇੰਡੀਆ 'ਚ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਜਿਹੜਾ ਚੋਣ ਪ੍ਰਚਾਰ ਆ ਸਿਖਰਾਂ ਤੇ ਰਾਹੁਲ ਗਾਂਧੀ ਨੇ ਕੀਤੀਆਂ 2 ਰੈਲੀਆਂ। ਰਾਹੁਲ ਗਾਂਧੀ ਨੇ ਅੱਜ 2 ਰੈਲੀਆਂ ਕੀਤੀਆਂ। ਰੈਲੀਆਂ ਇੱਕ ਤੇ ਕੀਤੀ ਆ ਜਿਹੜੀ ਲੁਧਿਆਣੇ ਦੇ ਵਿੱਚ, ਦੂਸਰੀ ਜਿਹੜੀ ਇਹਨੇ ਰੈਲੀ ਕੀਤੀ ਆ ਉਹ ਮੇਰੇ ਖਿਆਲ ਦੇ ਨਾਲ ਇਹਨੇ ਕੀਤੀ ਸ਼ਾਇਦ ਗੁਰਦਾਸਪੁਰ ਏਰੀਏ 'ਚ ਕੀਤੀ ਆ, ਮੈਨੂੰ ਪੱਕਾ ਨਹੀਂ ਪਤਾ। 2 ਰੈਲੀਆਂ ਨੇ ਅੱਜ। ਤਾਂ ਜਿਹੜੀ ਲੁਧਿਆਣੇ ਦੇ ਵਿੱਚ ਰੈਲੀ ਕੀਤੀ ਆ, ਮੁੱਖ ਸਪੀਚ ਉਹਦੀ ਇੱਥੇ ਆਈ ਆ। ਤਾਂ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ, ਜਾਣਕਾਰੀ ਦੇ ਆਧਾਰ ਤੇ ਮੈਂ ਦੱਸ ਸਕਦਾ, ਕਿਉਂਕਿ ਮੈਂ ਤੇ ਕਿਹੜਾ ਉੱਥੇ ਕਵਰ ਕਰਨ ਜਾਣਾ ਵਾ। ਤਾਂ ਉਹਦੇ ਵਿੱਚ ਇਹਨਾਂ ਨੇ ਜਿਹੜੇ ਅੱਜ ਮੁੱਦੇ ਚੁੱਕੇ, ਖਾਸ ਤੌਰ ਤੇ ਲੁਧਿਆਣੇ ਦੇ ਵਿੱਚ, ਉਹ ਬੜੇ ਮੈਂ ਕਹੂੰ ਦਿਲਚਸਪ ਮੁੱਦੇ ਆ। ਇੱਕ ਤੇ ਬੇਅਦਬੀ ਦਾ ਮੁੱਦਾ ਹੁਣ ਰਾਹੁਲ ਗਾਂਧੀ ਨੇ ਚੁੱਕਿਆ ਇੱਥੇ ਆ ਕੇ। ਰਾਹੁਲ ਗਾਂਧੀ ਨੇ ਜਿਹੜਾ ਮੁੱਦਾ ਚੁੱਕਿਆ ਉਹ ਇਹ ਸੀਗਾ ਕਿ ਹਰ ਹਾਲਤ ਦੇ ਵਿੱਚ ਜਿਹੜੇ ਬੇਅਦਬੀ ਦੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲੂਗੀ, ਉਹ ਰਹਿਮਦਿਲੀ ਦੇ ਹੱਕਦਾਰ ਨੇ। ਹੁਣ ਆਹ ਚੀਜ਼ ਜਿਹੜੀ ਆ ਇਹ ਤੁਸੀਂ ਕੱਲ ਵਾਲੀ ਜਿਹੜੀ ਪ੍ਰਿਯੰਕਾ ਗਾਂਧੀ ਦੀ ਰੈਲੀ ਸੀ ਉਹਦੇ ਨਾਲ ਜੋੜ ਦਿਓ।
ਜਿਹੜੀਆਂ ਅੱਜ ਰੈਲੀਆਂ ਹੋਈਆਂ, ਜੇ ਇਹਨਾਂ ਨਾਲ ਜੋੜ ਲਓ ਤਾਂ ਉੱਥੇ ਨਵਜੋਤ ਸਿੱਧੂ ਕੀ ਕਹਿੰਦਾ ਕਿ ਮੈਂ ਪ੍ਰਣ ਲੈਣਾ ਕਿ ਜੇ ਇਹ ਦੋਸ਼ੀ ਸਜ਼ਾ ਯਾਫਤਾ ਨਾ ਕੀਤੇ ਤੇ ਮੇਰੀ ਰੂਹ ਸਕੂਨ ਨਹੀਂ ਲਊਗੀ, ਮੈਂ ਰਾਜਨੀਤੀ ਛੱਡ। ਹੁਣ ਜਦੋਂ ਰਾਹੁਲ ਗਾਂਧੀ ਇਹ ਮੁੱਦਾ ਚੁੱਕਦਾ ਤਾਂ ਇਹਦਾ ਮਤਲਬ ਇਹ ਕਿ ਅਸੀਂ ਉਸ ਚੀਜ਼ ਨੂੰ ਜੋੜ ਸਕਦੇ ਹਾਂ ਇਸ ਦੇ ਨਾਲ ਕਿ ਨਵਜੋਤ ਸਿੱਧੂ ਨੇ ਕਿਤੇ ਨਾ ਕਿਤੇ ਦਬਾਅ ਪਾਇਆ। ਤੇ ਇਹੀ ਕਾਰਨ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ, ਜਿਹੜਾ ਕੁਝ ਦਿਨ ਪਹਿਲਾਂ ਤੱਕ ਕਹਿਣ ਡਿਆ ਸੀਗਾ ਕਿ ਦੇਖੋ ਜੀ ਬਾਦਲਾਂ ਨੂੰ ਅੰਦਰ ਮੈਂ ਨਹੀਂ ਕਰਨਾ, ਕਾਨੂੰਨ ਕਰੇਗਾ, ਇਹ ਦੋਸ਼ੀ ਆ, ਤਾਂ ਅੱਜ ਉਹ ਇਹਦੇ ਰੂਪ ਦੇ ਵਿੱਚ ਆ ਗਏ ਇਸ ਟਰੈਕ ਤੇ ਕਿ ਹਾਂ ਭਾਈ ਇਹਨਾਂ ਨੂੰ ਅਸੀਂ ਬਖਸ਼ਾਂਗੇ ਨਹੀਂ। ਤਾਂ ਖੈਰ ਉਸ ਤੋਂ ਬਾਅਦ ਰੁਜ਼ਗਾਰ ਤੇ ਗੱਲ ਹੋਈ ਆ, ਉਸ ਤੋਂ ਇਲਾਵਾ ਨੀਤੀਆਂ ਤੇ ਗੱਲ ਹੋਈ ਆ। ਅੱਛੇ ਖਾਸੇ ਨਿਸ਼ਾਨੇ ਆ ਜਿਹੜੇ ਉਹ ਨਰਿੰਦਰ ਮੋਦੀ ਤੇ ਲਾਏ ਆ, ਪਰ ਜੋ ਠੋਸ ਸਮੱਸਿਆਵਾਂ ਨੇ ਸਾਡੀਆਂ, ਉਹ ਜੋ ਠੋਸ ਹੱਲ ਭਾਲਦੀਆਂ ਨੇ, ਜੋ ਸਾਡੇ ਪੰਜਾਬ ਦੀਆਂ ਇਸ ਸਮੇਂ ਮੁੱਖ ਸਮੱਸਿਆਵਾਂ ਨੇ, ਜਿੱਦਾਂ ਆਪਾਂ ਪਾਣੀ ਦੀ ਗੱਲ ਕੀਤੀ ਸੀਗੀ, ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਕਿੱਦਾਂ ਕਰਨਗੇ? ਕੋਈ ਰੋਡ ਮੈਪ ਹਾਲ ਦੀ ਘੜੀ ਤੱਕ ਰਾਹੁਲ ਗਾਂਧੀ ਵੀ ਵਿਖਾ ਕੇ ਨਹੀਂ ਗਿਆ। ਉਹੀ ਗੱਲਾਂ ਨੇ, ਉਹੀ ਬਾਤਾਂ ਨੇ। ਜੀ ਜੀ ਜੀ। ਮਾਨਸ਼ਾਹੀਆ ਵੱਲੋਂ ਭੇਜਿਆ ਕਾਨੂੰਨੀ ਨੋਟਿਸ, ਫੜਨ ਤੋਂ ਭਗਵੰਤ ਮਾਨ ਨੇ ਵੱਟਿਆ ਆ ਟਾਲਾ। ਹੁਣ ਦੇਖੋ ਭਗਵੰਤ ਮਾਨ ਵੀ ਕਹਿੰਦਾ ਹੋਣਾ ਕਿ ਸੁਖਪਾਲ ਖਹਿਰੇ ਨੇ ਕਿਹੜਾ ਪਹਿਲੀ ਸੱਟੇ ਅਸੈਂਬਲੀ ਵਾਲਿਆਂ ਦਾ ਮਨਜ਼ੂਰ ਕਰ ਲਿਆ ਸੀਗਾ ਨੋਟਿਸ, ਉਹਨੇ ਵੀ ਤੇ 3-4 ਗੇੜੇ ਲਵਾਏ ਸੀਗੇ, ਤਾਂ ਘੱਟੋ ਘੱਟ ਇੰਨੇ ਕੁ ਗੇੜੇ ਮੈਂ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਜ਼ਰੂਰ ਲਵਾਵਾਂ ਨੋਟਿਸ ਵਾਲੇ, ਕਿਉਂਕਿ ਇਹ ਵੀ ਕਿਸੇ ਸਮੇਂ ਗੇੜੇ ਖਾ ਕੇ ਸੁਖਪਾਲ ਖਹਿਰੇ ਦੇ ਨਾਲ ਵੀ ਆਇਆ। ਤੋ ਇਸੇ ਕਰਕੇ ਸ਼ਾਇਦ ਉਹਨਾਂ ਨੇ ਇਹ ਨੋਟਿਸ ਪਕੜਿਆ ਨਹੀਂ। ਵੈਸੇ ਉਦਾਂ ਉਹਨਾਂ ਨੂੰ ਪਤਾ ਕਿ ਕੇਜਰੀਵਾਲ ਨੇ ਵੀ ਇੱਕ ਵਾਰੀ ਨੋਟਿਸ ਫੜ ਲਿਆ ਸੀ, ਕੇਜਰੀਵਾਲ ਦਾ ਜਿਹੜਾ ਨੋਟਿਸ ਸੀਗਾ ਮੁੜ ਕੇ ਉਹ ਕਿੰਨਾ ਮਹਿੰਗਾ ਪਿਆ ਸਾਰਿਆਂ ਨੂੰ ਪਤਾ ਹੀ ਆ। ਖੈਰ ਮਾਮਲਾ ਕੀ ਆ ਕਿ ਭਗਵੰਤ ਮਾਨ ਤੇ ਇਹਨਾਂ ਨੇ ਮਾਣਹਾਨੀ ਦਾ ਜਿਹੜਾ ਉਹ ਇੱਕ ਮੁਕੱਦਮਾ ਪਾਉਣਾ ਨਾਜ਼ਰ ਸਿੰਘ ਮਾਨਸ਼ਾਹੀਆ ਨੇ, ਉਹਦੇ ਵਾਸਤੇ ਇਹਨਾਂ ਨੂੰ ਕਾਨੂੰਨੀ ਨੋਟਿਸ ਘੱਲਿਆ ਗਿਆ ਸੀਗਾ। ਮਾਨ ਸਾਹਿਬ ਨੇ ਉਹ ਨੋਟਿਸ ਦੱਸਦੇ ਆ ਫੜਿਆ ਨਹੀਂ ਹੈ, ਤੇ ਫਿਰ ਜਿਹੜਾ ਰਜਿਸਟਰਡ ਪੋਸਟ ਰਾਹੀਂ ਘੱਲਿਆ ਗਿਆ ਸੀਗਾ ਨੋਟਿਸ, ਉਹ ਦੁਬਾਰੇ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਕੋਲ ਆ ਗਿਆ। ਤੇ ਮਾਨਸ਼ਾਹੀਆ ਨੇ ਕਿਹਾ ਕਿ ਦੇਖੋ ਇਸ ਤਰ੍ਹਾਂ ਨਹੀਂ ਜੇ ਸਰਨਾ ਕਿ ਜੇ ਤੁਸੀਂ ਆਖੋ ਕਿ ਹੁਣ ਮੈਂ ਨੋਟਿਸ ਪੜ੍ਹ ਕੇ ਤੇ ਟਲ ਜਾਊਂਗਾ ਜਾਂ ਨੋਟਿਸ ਨਾ ਫੜ ਕੇ ਮੈਂ ਪਾਸੇ ਰਹਿ ਜਾਊਂਗਾ, ਏਦਾਂ ਨਹੀਂ, ਮੈਂ ਨਹੀਂ ਜਾਨ ਛੱਡਣੀ। ਕਹਿਣ ਦਾ ਭਾਵ ਆ ਉਹ ਆਂਦੇ ਆ ਕਿ ਜੇ ਤਾਂ ਤੁਹਾਡੇ ਕੋਲ ਮੇਰੇ ਖਿਲਾਫ ਕੋਈ ਸਬੂਤ ਹੈ ਤੇ ਫੌਰਨ ਪੇਸ਼ ਕਰ ਦਿਓ, ਨਹੀਂ ਤੇ ਕਾਨੂੰਨੀ ਕਾਰਵਾਈ ਵਾਸਤੇ ਭਾਈ ਤਿਆਰ ਰਹੋ। ਯਾਨੀ ਆਪਣਾ ਕਮਰ ਕੱਸਾ ਜਿਹੜਾ ਕਾਨੂੰਨੀ ਲੜਾਈ ਵਾਸਤੇ ਤੁਸੀਂ ਕੱਸ ਕੇ ਰੱਖੋ। ਮਾਮਲਾ ਉਹੀ ਆ ਜਦੋਂ ਇਹਨਾਂ ਨੇ ਦਲ ਬਦਲੀ ਕੀਤੀ ਸੀ, ਦਲ ਬਦਲੀ ਕੀਤਾ ਵੈਸੇ ਨਵੇਕਲੀ ਨਹੀਂ ਸੀਗੀ, ਕੋਈ ਵਿਲੱਖਣ ਨਹੀਂ ਸੀਗੀ, ਦਲ ਬਦਲੀ ਤਾਂ ਕਰਦੇ ਹੀ ਆ। ਖੁਦ ਭਗਵੰਤ ਮਾਨ ਵੀ ਇੱਕ ਪਾਰਟੀ ਚ ਦੂਜੀ ਪਾਰਟੀ ਚ ਦਾਖਲ ਹੋਇਆ ਸੀਗਾ, ਪਰ ਰੌਲਾ ਇਹ ਸੀਗਾ ਕਿ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਦੋਸ਼ ਇਹ ਲਾਇਆ ਸੀਗਾ ਕਿ ਨਾਜ਼ਰ ਸਿੰਘ ਮਾਨਸ਼ਾਹੀਆ 10 ਕਰੋੜ ਰੁਪਈਏ ਦੇ ਵਿੱਚ ਵਿਕ ਗਿਆ। ਕਹਿਣ ਦਾ ਭਾਵ ਇਹ ਆ ਕਿ ਇਹਦੀ ਸੌਦੇਬਾਜ਼ੀ ਹੋਈ ਆ, 10 ਕਰੋੜ ਰੁਪਈਆ ਤੇ ਚੇਅਰਮੈਨੀ ਜਿਹੜੀ ਆ ਉਹ ਇਹਨੇ ਸੌਦੇਬਾਜ਼ੀ ਦੇ ਵਿੱਚ ਵਸੂਲ ਕੀਤੀ ਆ। ਖੈਰ ਉਸ ਤੋਂ ਬਾਅਦ ਜੋ ਕੁਛ ਜਿਹੜਾ ਸ਼ੁਰੂ ਹੋਇਆ ਉਹਦਾ ਤੇ ਪਤਾ ਨਹੀਂ ਕਿੱਥੇ ਨਿਬੇੜਾ ਹੋਊਗਾ, ਪਰ ਇੱਕ ਕਾਨੂੰਨੀ ਲੜਾਈ ਜੇ ਭਗਵੰਤ ਮਾਨ ਦੇ ਗੱਲ ਪੈ ਗਈ, ਕਿਉਂਕਿ ਹੁਣ ਤੱਕ ਤੇ ਭਗਵੰਤ ਮਾਨ ਇਹ ਕਹਿੰਦਾ ਰਿਹਾ ਕਿ ਮੈਂ ਤੇ ਆਖੂੰਗਾ ਕਿ ਮਜੀਠੀਆ ਚਿੱਟਾ ਵੇਚਦਾ ਜਾਂ ਮੇਰੇ ਤੇ ਕਰ ਦੇਵੇ ਕੇਸ, ਪਰ ਹੁਣ ਜੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕੇਸ ਕਰ ਦਿੱਤਾ ਤੇ ਫਿਰ ਉਹੀ ਨੌਬਤ ਜਿਹੜੀ ਆ ਕੇਜਰੀਵਾਲ ਵਾਲੀ ਇਹਦੇ ਤੇ ਆ ਜਾਣੀ ਆ, ਜਿਹਦੇ ਬਾਰੇ ਮਾਨ ਸਾਹਿਬ ਕਿਹਾ ਕਰਦੇ ਸੀਗੇ ਕਿ ਦੇਖੋ ਜੀ ਉਹਨਾਂ ਨੂੰ ਮਾਫੀ ਇਸ ਕਰਕੇ ਮੰਗਣੀ ਪਈ ਕਿਉਂਕਿ ਉਹਨਾਂ ਕੋਲ ਕੰਮ ਲਈ ਵਕਤ ਨਹੀਂ ਸੀ ਬਚਦਾ, ਤੇ ਵਕਤ ਤੇ ਫਿਰ ਇਹਨਾਂ ਨੂੰ ਵੀ ਕੇਸ ਦਾ ਪਊਗਾ ਕਿ ਉਸ ਸੂਰਤ ਦੇ ਵਿੱਚ ਇਹ ਵੀ ਮੰਗਣਗੇ ਜਾਂ ਕੰਮ ਉਦਾਂ ਹੀ ਕਰਦੇ ਰਹਿਣਗੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਸੰਗਰੂਰ ਦੇ ਵਿੱਚ 2 ਕਮੇਡੀਅਨ ਇੱਕ ਦੂਜੇ ਨੂੰ ਦੇਣ ਲੱਗੇ ਹੋਏ ਨੇ ਮਿਹਣੇ ਤੇ ਲੋਕਾਂ ਦੇ ਲੱਗੇ ਹੋਏ ਨੇ ਨਜ਼ਾਰੇ, ਜਿੱਦਾਂ ਕੱਲ ਪਕੌੜੇ ਲੈਂਦੇ ਸੀ। ਹਾਂ ਵਾਕਿਆ ਜਿਵੇਂ ਕਹਿੰਦੇ ਨਾ ਹੀਰੇ ਨੂੰ ਹੀਰਾ ਕੱਟਦਾ, ਜ਼ਹਿਰ ਨੂੰ ਜ਼ਹਿਰ ਮਾਰਦਾ, ਲੋਹੇ ਨੂੰ ਲੋਹਾ ਕੱਟਦਾ, ਫਿਰ ਕਹੂਗਾ ਫਿਰ ਬਾਈ ਕਮੇਡੀਅਨ ਨੂੰ ਕਮੇਡੀਅਨ ਹੀ ਕੱਟਦਾ। ਕਮੇਡੀਅਨ ਦੇ ਮੁਕਾਬਲੇ ਫਿਰ ਇਹਨਾਂ ਨੇ ਕਮੇਡੀਅਨ ਲਿਆਂਦਾ। ਵੈਸੇ ਕਮਾਲ ਦੀ ਗੱਲ ਸੀਗੀ ਕਿ ਕਿਸੇ ਸਮੇਂ ਕਮੇਡੀਅਨ ਜਿਹੜੇ ਸੀਗੇ ਇਹ ਆਮ ਆਦਮੀ ਪਾਰਟੀ 'ਚ ਇਕੱਠੇ ਸੀ, ਤਾਂ ਫਿਰ ਬਾਅਦ ਦੇ ਵਿੱਚ ਤੋੜ ਵਿਛੋੜਾ ਹੋ ਗਿਆ। ਇੱਕ ਉਸ ਅੰਬਰ ਨੂੰ ਉੱਡ ਗਿਆ ਜਿਸ ਅੰਬਰ ਤੇ ਤੁਹਾਨੂੰ ਪਤਾ ਹੀ ਆ ਗਏ ਕਬੂਤਰ ਜਿਹੜੇ ਆ ਉਹ ਅੱਜ ਕੱਲ੍ਹ ਰੰਗ ਬਰੰਗਾ ਚੋਗਾ ਚੁਣਦੇ ਆ, ਤਾਂ ਇੱਕ ਇੱਧਰ ਹੀ ਰਹਿ ਗਿਆ ਆਮ ਆਦਮੀ ਪਾਰਟੀ ਬਣੀ। ਤੇ ਇਸ਼ਾਰਾ ਤੁਸੀਂ ਸਮਝ ਗਏ ਹੋਣੇ, ਘੁੱਗੀ ਸਾਹਿਬ, ਗੁਰਪ੍ਰੀਤ ਘੁੱਗੀ ਜੀ, ਤਾਂ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਕਾਂਗਰਸ ਨੇ। ਹਾਲਾਂਕਿ ਉਹ ਵੈਸੇ ਇੰਨੇ ਸਰਗਰਮ ਨਹੀਂ ਅੱਜ ਕੱਲ੍ਹ ਰਾਜਨੀਤੀ ਦੇ ਵਿੱਚ, ਪਰ ਸੰਗਰੂਰ ਦੇ ਵਿੱਚ ਕਾਂਗਰਸ ਲਈ ਉਹ ਪ੍ਰਚਾਰ ਕਰਦੇ ਪਏ ਸਿੱਧੇ ਤੌਰ ਤੇ। ਵੈਸੇ ਨਾ ਵੀ ਰਾਜਨੀਤੀ 'ਚ ਆਏ ਹੁਣ ਭਗਵੰਤ ਮਾਨ ਕਰਕੇ ਜ਼ਰੂਰ ਆ ਗਏ ਹੋਣੇ, ਕਹਿੰਦੇ ਹੋਣੇ ਕਿ ਮੌਕਾ ਹੈਗਾ, ਚਲੋ ਆਪਾਂ ਵੀ 72 ਬਾਹ ਆਉਣੇ ਆ।
ਤਾਂ ਖੈਰ ਆ ਗਏ ਆ, ਪਰ ਨਜ਼ਾਰੇ ਉੱਥੇ ਲੋਕਾਂ ਦੇ ਵੱਜੇ ਪਏ ਆ। ਭਗਵੰਤ ਮਾਨ ਤੁਹਾਨੂੰ ਪਤਾ ਉਂਝ ਹੀ ਰੰਗ ਰੰਗੀਲਾ ਆਦਮੀ ਆ, ਉਹ ਪ੍ਰਚਾਰ ਵੀ ਕਰਦਾ ਨਾਲ ਲੋਕਾਂ ਦਾ ਮਨੋਰੰਜਨ ਵੀ ਕਰੀ ਜਾਂਦਾ। ਕਲਾਕਾਰ ਉਹਨੇ ਆਪਣੇ ਅੰਦਰਲਾ ਕਦੇ ਮਰਨ ਨਹੀਂ ਦਿੱਤਾ। ਤਾਂ ਖੈਰ ਹੁਣ ਗੁਰਪ੍ਰੀਤ ਘੁੱਗੀ ਜੇ ਆ ਗਿਆ, ਉੱਥੋਂ ਦੇ ਲੋਕਾਂ ਦੀ ਮੌਜ ਆ, ਉਹ ਖੂਬ ਆਨੰਦ ਲੈ ਰਹੇ ਆ। ਕਿਉਂਕਿ ਗੁਰਪ੍ਰੀਤ ਘੁੱਗੀ ਜਦੋਂ ਕੇਵਲ ਸਿੰਘ ਢਿੱਲੋਂ ਦਾ ਪ੍ਰਚਾਰ ਕਰਦਾ ਤੇ ਨਾਲ ਦੀ ਨਾਲ ਇਹਨਾਂ ਨੂੰ ਪੈ ਨਿਕਲਦਾ, ਉਹ ਕਹਿੰਦਾ ਕਿ ਜਿਹੜਾ ਭਗਵੰਤ ਮਾਨ ਹੈ ਤੇ ਸਾਡਾ ਕਲਾਕਾਰ ਸਾਥੀ ਆ, ਜਿੱਤਿਆ ਸੀ ਤਾਂ ਸਾਰੇ ਕਲਾਕਾਰਾਂ ਨੇ ਖੁਸ਼ੀ ਮਨਾਈ ਸੀ, ਪਰ ਹੁਣ ਇਹ ਵੀ ਮੋਦੀ ਦੇ ਰਸਤੇ ਤੇ ਤੁਰ ਗਿਆ, ਕੰਮ ਕਰਨ ਦੀ ਥਾਂ ਤੇ ਇਹ ਅੰਨੇ ਭਗਤ ਜਿਆਦਾ ਬਣਾਉਣ ਲੱਗ ਪਿਆ। ਤੇ ਇਸ ਤਰ੍ਹਾਂ ਦੀ ਗੱਲ ਉਹ ਕਰਦਾ, ਜਦੋਂ ਨਾਲ ਕਹਿ ਦਿੰਦਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਹੈ ਤੇ ਹੁਣ ਭਗਵੰਤ ਮਾਨ ਜਿਹੜਾ ਸਾਡਾ ਸਾਥੀ ਆ ਉਹ ਵੀ ਉਹਦੀਆਂ ਜਰਾਬਾਂ 'ਚ ਹੀ ਵੜਿਆ ਰਹਿੰਦਾ। ਤੇ ਨਾਲ ਕਹਿ ਦਿੰਦੇ ਆ ਕਿ ਇਹ ਜਦੋਂ ਵੀ ਇਲੈਕਸ਼ਨ ਆਉਂਦਾ ਅਰਵਿੰਦ ਕੇਜਰੀਵਾਲ ਨੂੰ ਦੌਰੇ ਪੈਣ ਲੱਗ ਜਾਂਦੇ ਆ, ਯਾਨੀ ਪੰਜਾਬ ਦੇ ਦੌਰੇ। ਸੋ ਇਸ ਤਰ੍ਹਾਂ ਦੇ ਉਹਦੇ ਆਪਣੇ ਅੰਦਾਜ਼ ਆ। ਪਰ ਫਿਰ ਅੱਗੋਂ ਵੀ ਭਗਵੰਤ ਮਾਨ ਆ, ਤੇ ਭਗਵੰਤ ਮਾਨ ਨੂੰ ਜਦੋਂ ਪੁੱਛਦੇ ਆ ਕਿ ਤੁਹਾਡੇ ਮੁਕਾਬਲੇ 'ਚ ਉਹਨਾਂ ਨੇ ਘੁੱਗੀ ਲਿਆਂਦਾ, ਤੇ ਉਹ ਕਹਿੰਦਾ ਭਾਵੇਂ ਘੁੱਗੀ ਹੋਵੇ ਗਿਟਾਰ ਹੋਵੇ, ਸਾਡੇ ਕੋਲ ਬਾਜ ਹੈਗੇ ਆ, ਬਾਜ ਅਸੀਂ ਪਰਵਾਹ ਨਹੀਂ ਕਰਦੇ। ਫਿਰ ਨਾਲ ਹੀ ਕਹਿ ਦਿੰਦਾ ਕਿ ਦੇਖੋ ਜੀ, ਜਦੋਂ ਇਹ ਗੁਰਪ੍ਰੀਤ ਘੁੱਗੀ ਮੇਰੇ ਜਲਾਲਾਬਾਦ ਇਲਾਕੇ 'ਚ ਪ੍ਰਚਾਰ ਵਾਸਤੇ ਜਾਂਦਾ ਸੀ ਤੇ ਉਦੋਂ ਤੇ ਕਹਿੰਦਾ ਸੀਗਾ ਕਿ ਦੇਖੋ ਜੀ ਇਹ ਸ਼ਰਾਬ ਪੀਣ ਦੇ ਆਦੀ ਹੈ, ਸ਼ਰਾਬ ਪੀਣ ਦੇ ਆਦੀ ਆ। ਫਿਰ ਮੇਰਾ ਵੀ ਗੁੱਡਾ ਬੰਨਿਆ ਕਿ ਭਗਵੰਤ ਮਾਨ ਸ਼ਰਾਬ ਪੀਣ ਦਾ ਆਦੀ ਆ। ਕਹਿੰਦਾ ਕਿ ਹੁਣ ਜਿਨ੍ਹਾਂ ਦੀ ਚੋਣ ਪ੍ਰਚਾਰ ਕਰਦਾ ਫਿਰਦਾ ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਸਿੰਘ ਢਿੱਲੋਂ, ਕੀ ਇਹ ਸ਼ਾਮ ਨੂੰ ਮੈਂਗੋ ਸ਼ੇਕ ਪੀਂਦੇ ਆ? ਇਸ ਤਰ੍ਹਾਂ ਦੀ ਫਿਰ ਉਹਦੇ ਵੀ ਜਵਾਬ ਆ। ਨਾਲ ਉਹ ਕਹਿੰਦਾ ਕਿ ਘੁੱਗੀ ਦੀ ਜ਼ਮੀਰ ਨਾਲ ਵਿੱਚੋਂ ਰੀਲ ਹੀਰੋ ਤੇ ਰੀਅਲ ਹੀਰੋ 'ਚ ਕਾਫੀ ਫਰਕ ਹੁੰਦਾ। ਉਹ ਫਿਰ ਜਦੋਂ ਇੰਨੀਆਂ ਗੱਲਾਂ ਕਰਦਾ ਤੇ ਨਾਲ ਹੀ ਡੀਜੇ ਵਾਲੇ ਨੂੰ ਕਹਿੰਦਾ ਲੈ ਚੱਕ ਦੇ ਕੰਮ ਨੂੰ, ਤੇ ਉਹ ਪਿੱਛੋਂ ਗਾਣਾ ਵਜਾ ਦਿੰਦਾ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ। ਇਹੋ ਜਿਹਾ ਰੌਣਕ ਮੇਲਾ ਉੱਥੇ ਬਣਿਆ ਪਿਆ। ਪਰ ਗੱਲ ਤਾਂ ਸਹੀ ਆ, ਰੌਣਕ ਮੇਲਾ ਬਣਿਆ ਪਿਆ, ਲੋਕਾਂ ਦੇ ਨਜ਼ਾਰੇ ਆ ਇਹਨਾਂ 2-4 ਦਿਨਾਂ ਦੇ ਲਈ। ਤੇ ਪਰ ਬਾਅਦ ਦੇ ਵਿੱਚ ਕੀ ਹੋਣਾ, ਕਿਵੇਂ ਬਣਨਾ ਆ, ਲੋਕ ਇਹ ਵੀ ਚੀਜ਼ਾਂ ਨੂੰ ਸੋਚਣ ਦੀ ਜ਼ਰੂਰਤ ਹੈਗੀ ਆ। ਅਗਲੀ ਗੱਲ ਕਰੀਏ, ਕਹਿੰਦੇ ਵੋਟਰ ਜਿਹੜੀ ਆ ਫੋਟੋ ਸ਼ਨਾਖਤੀ ਕਾਰਡ ਜਾਂ 11 ਹੋਰ ਨਿਰਧਾਰਤ ਦਸਤਾਵੇਜ਼ਾਂ ਦੇ ਵਿੱਚੋਂ ਇੱਕ ਦਿਖਾਉਣਾ ਪਊਗਾ, ਇਹ ਲਾਜ਼ਮੀ ਆ, ਜ਼ਿਲ੍ਹਾ ਚੋਣ ਅਫਸਰ ਦੇ ਵੱਲੋਂ ਹਦਾਇਤਾਂ। ਹਾਂ ਬਿਲਕੁਲ, ਆਹ ਚੀਜ਼ ਜਿਹੜੀ ਆ ਇਹ ਮੇਰੇ ਖਿਆਲ ਦੇ ਨਾਲ ਅੱਗੇ ਵੀ ਕਨਵੇ ਹੋਣੀ ਚਾਹੀਦੀ ਆ। ਕਿਉਂਕਿ ਚੱਕਰ ਇਹ ਹੁੰਦਾ ਨਾ ਕਿ ਕਈ ਦਫਾ ਨਾਮ ਨੂੰ ਜਿਹੜਾ ਬੰਦੇ ਦਾ ਉਹ ਤਾਂ ਵੋਟਰ ਲਿਸਟ ਚੋਂ ਕੱਟਿਆ ਜਾਂਦਾ, ਉਹਦਾ ਤਾਂ ਕੋਈ ਹੱਲ ਨਹੀਂ ਹੁੰਦਾ, ਉਹਦਾ ਤਾਂ ਕੋਈ ਹੱਲ ਨਹੀਂ। ਇੱਥੇ ਬਹੁਤ ਵੱਡਾ ਕ੍ਰਿਕਟ ਸਟਾਰ ਰੋਈ ਪਿਆ, ਬਿਸ਼ਨ ਸਿੰਘ ਬੇਦੀ, ਉਹਨਾਂ ਤੋਂ ਸਾਰੇ ਤੁਸੀਂ ਜਾਣੂ ਹੋਣੇ ਆ। ਬਿਸ਼ਨ ਸਿੰਘ ਬੇਦੀ ਦਾ ਨਾਂ ਹੀ ਵੋਟਰ ਲਿਸਟ ਚੋਂ ਕੱਟ ਦਿੱਤਾ ਗਿਆ। ਉਹਨੇ ਕਿਹਾ ਕਿ ਜਿੰਨੀ ਅੱਜ ਮੈਂ ਬੇਇੱਜ਼ਤੀ ਮਹਿਸੂਸ ਕਰਦਾ ਕਿ ਮੈਂ ਦੇਸ਼ ਲਈ ਕੀ ਨਹੀਂ ਕੀਤਾ, ਅੱਜ ਉਸ ਦੇਸ਼ ਦੇ ਵਿੱਚੋਂ ਮੇਰੀ ਵੋਟ ਹੀ ਕੱਟੀ ਗਈ ਆ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵੱਡਿਆਂ ਵੱਡਿਆਂ ਨਾਲ ਵਾਪਰ ਜਾਂਦੀਆਂ। ਤਾਂ ਇੱਕ ਚੀਜ਼ ਇਹ ਹੁੰਦੀ ਹੈ, ਦੂਸਰੀ ਇਹ ਹੁੰਦੀ ਹੈ ਕਿ ਕਈ ਵਾਰ ਤੁਹਾਡੇ ਕੋਲ ਵੋਟਰ ਸ਼ਨਾਖਤੀ ਕਾਰਡ ਨਹੀਂ ਹੁੰਦਾ, ਤਾਂ ਜਦੋਂ ਕਿਸੇ ਦਾ ਗਵਾਚ ਗੂਚ ਜਾਂਦਾ ਤਾਂ ਉਹ ਫਿਰ ਨਹੀਂ ਮੌਕੇ ਤੇ ਬਣਦਾ, ਤੇ ਲੋਕੀ ਕਹਿ ਦਿੰਦੇ ਆ ਕਿ ਚੱਲ ਛੱਡੋ ਖੜਾ, ਕਿ ਉਹਨਾਂ ਨੇ ਵੋਟ ਤੇ ਪਾਉਣ ਨਹੀਂ ਦੇਣੀ। ਤਾਂ ਇਹਨਾਂ ਨੇ ਸਾਫ਼ ਕੀਤਾ, ਫਾਜ਼ਿਲਕਾ ਦੇ ਜਿਹੜੇ ਡਿਪਟੀ ਕਮਿਸ਼ਨਰ ਆ ਉਹਨਾਂ ਨੇ ਸਾਫ਼ ਕੀਤਾ ਵਾ ਕਿ ਦੇਖੋ ਜੇ ਕਿਸੇ ਕੋਲ ਕੱਲੀ ਉਹ ਪਰਚੀ ਆ, ਮਤਲਬ ਕਿ ਜਿਹੜੀ ਸਲਿੱਪ ਜੀ ਹੁੰਦੀ ਹੈ ਵੋਟਰ ਸਲਿੱਪ, ਉਹ ਲੈ ਕੇ ਕੋਈ ਵੋਟ ਪਾਉਣ ਆਊਗਾ ਤੇ ਵੋਟ ਨਹੀਂ ਜੇ ਪੈਣੀ। ਤੇ ਜੇ ਵੋਟਰ ਫੋਟੋ ਸ਼ਨਾਖਤੀ ਕਾਰਡ ਨਹੀਂ ਹੈ ਤਾਂ ਫਿਰ ਤੁਹਾਡੇ ਕੋਲ ਬਦਲਵੇਂ ਆਪਸ਼ਨ ਹੈਗੇ ਆ। ਮਤਲਬ ਤੁਸੀਂ ਆਧਾਰ ਕਾਰਡ ਲਿਆ ਸਕਦੇ ਹੋ, ਪਾਸਪੋਰਟ ਲਿਆ ਸਕਦੇ ਹੋ, ਡਰਾਈਵਿੰਗ ਲਾਇਸੈਂਸ ਲਿਆ ਸਕਦੇ ਹੋ, ਕੇਂਦਰ ਜਾਂ ਰਾਜ ਸਰਕਾਰ ਤੋਂ ਜੋ ਵੀ ਪਬਲਿਕ ਕੰਪਨੀਆਂ ਦਾ ਜਾਂ ਲਿਮਟਿਡ ਕੰਪਨੀਆਂ ਦਾ ਕੋਈ ਵੀ ਸਰਵਿਸ ਸ਼ਨਾਖਤੀ ਕਾਰਡ ਹੋਵੇ, ਜਾਂ ਬੈਂਕ ਪੋਸਟ ਆਫਿਸ ਵੱਲੋਂ ਕੋਈ ਪਾਸਬੁੱਕ ਜਾਰੀ ਕੀਤੀ ਗਈ ਹੋਵੇ, ਪੈਨ ਕਾਰਡ ਹੋਵੇ, NPR ਹੋਵੇ, ਇਹੋ ਜਿਹੀਆਂ ਚੀਜ਼ਾਂ ਹੋਣ, ਸਮਾਰਟ ਕਾਰਡ ਹੋਵੇ, ਮਨਰੇਗਾ ਜੌਬ ਕਾਰਡ ਹੋਵੇ, ਕਿਰਤ ਮੰਤਰਾਲੇ ਵੱਲੋਂ ਕੋਈ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ ਹੋਵੇ, ਜਾਂ ਫੋਟੋ ਲੱਗਿਆ ਕੋਈ ਪੈਨਸ਼ਨ ਦਸਤਾਵੇਜ਼ ਹੋਵੇ, ਮਤਲਬ ਕਿ ਇਹਨਾਂ ਤੇ ਵੀ ਤੁਸੀਂ ਵੋਟ ਕਰ ਸਕਦੇ ਹੋ ਜੇ ਤੁਹਾਡਾ ਵੋਟਰ ਸੂਚੀ ਦੇ ਵਿੱਚ ਨਾ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਚੰਗੀ ਇੱਕ ਗੱਲ ਆ, ਕਿਉਂਕਿ ਬਹੁਤੇ ਲੋਕ ਦਿਲ ਛੱਡ ਜਾਂਦੇ ਆ। ਤਾਂ ਜ਼ਰੂਰਤ ਹੈ ਇਸ ਸੂਚਨਾ ਨੂੰ ਅੱਗੇ ਸਪਰੈਡ ਕਰਨ ਦੀ। ਔਰ ਸਾਡੇ ਪੰਜਾਬ ਦੇ ਵਿੱਚ ਮੈਂ ਵੇਖਿਆ ਕਿ ਇੱਕ ਨੋਟਾਂ ਦਾ ਜਾਂ ਇੱਕ ਇਹੋ ਜਿਹੀਆਂ ਚੀਜ਼ਾਂ ਦਾ ਪ੍ਰਚਾਰ ਬਹੁਤ ਘੱਟ ਆ। ਨੋਟਾਂ ਬਾਰੇ ਵੀ ਬਹੁਤ ਭਰਮ ਭ੍ਰਾਂਤੀਆਂ ਫੈਲਾਈਆਂ ਜਾਂਦੀਆਂ ਕਿ ਏਦਾਂ ਹੋ ਜਾਊਗਾ, ਉਦਾਂ ਹੋ ਜਾਊਗਾ। ਨੋਟਾਂ ਦੀ ਵੀ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਲਾਜ਼ਮੀ ਹੈ, ਔਰ ਆਹ ਜਾਣਕਾਰੀ ਵੀ ਮੇਰੇ ਖਿਆਲ ਦੇ ਨਾਲ ਅੱਗੇ ਪੁੱਜਦੀ ਕਰਨੀ ਚਾਹੀਦੀ ਹੈ ਸਰਕਾਰ ਵੱਲੋਂ।
ਜੀ ਜੀ। ਤੇ ਇੱਕ ਵੱਡੀ ਤਬਦੀਲੀ ਮੈਨੂੰ ਲੱਗਦਾ ਵੋਟਾਂ 'ਚ ਚਾਹੀਦੀ ਆ ਵੀ ਜਿਹਨੂੰ ਐਕਚੁਅਲ 'ਚ 50% ਤੋਂ ਘੱਟ ਵੋਟਾਂ ਪਈਆਂ ਆ ਜਾਂ ਉਸੇ ਨੂੰ ਜੇਤੂ ਘੋਸ਼ਿਤ ਕਰਨਾ ਚਾਹੀਦਾ ਜਿਹਨੂੰ ਇੱਕ ਹਲਕੇ 'ਚੋਂ 50% ਤੋਂ ਵੱਧ ਵੋਟਾਂ ਪਈਆਂ ਹੋਣ। ਨਹੀਂ ਤਾਂ ਬਹੁਤੀ ਤਾਂ ਫਿਰ ਸਹਿਮਤੀ ਜਿਹੜੇ ਪ੍ਰਗਟਾ ਰਹੇ ਆ ਇੱਦਾਂ ਦਾ ਇੱਕ ਜ਼ਰੂਰ ਫੈਸਲਾ ਜਿਹੜਾ ਲੈਣ ਦੀ ਜ਼ਰੂਰਤ ਹੈਗੀ ਹੈ ਚੋਣ ਕਮਿਸ਼ਨ ਨੂੰ। ਪਰਸੈਂਟੇਜ ਵਾਲਾ ਤਾਂ ਨਾ ਪਰਸੈਂਟੇਜ ਵਾਲਾ ਤੇ ਇੱਥੇ ਕਈ ਵਾਰ ਪੈਮਾਨਾ ਜਿਹੜਾ ਨਾ ਉਹ ਬਾਹਲਾ ਹੀ ਸੱਚ ਬੋਲ ਜਾਂਦਾ। ਹੁਣ ਜਿਵੇਂ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਬਣੀ ਸੀ, ਕਿੱਡਾ ਤਗੜਾ ਮੈਂਡੇਟ ਸੀ ਇਹਨਾਂ ਦੇ ਕੋਲ, ਪਰ ਜਿਹੜੀ ਵੋਟ ਪਰਸੈਂਟੇਜ ਸੀ ਉਹ ਮੇਰੇ ਖਿਆਲ ਦੇ ਨਾਲ 30-32% ਸੀ। ਦੇਖ ਲਓ ਇੱਦਾਂ ਫਰਕ ਪੈਂਦਾ ਜੀ। ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ ਵੀ ਮਹੇਸ਼ ਚੰਦਰ ਗਰੇਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਮੋਦੀ ਦੀ ਰੈਲੀ ਦੇ ਵਿੱਚ ਰੁਕਾਵਟ ਪਾਉਣ ਦਾ ਲਾਇਆ ਦੋਸ਼। ਦੇਖੋ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਇਹ ਗੱਲ ਆਖੀ ਆ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਉਹਨਾਂ ਨੇ ਇੱਥੇ ਬੰਗਾਲ ਵਾਲਾ ਹੀ ਵਤੀਰਾ ਜਿਹੜਾ ਉਹ ਰੱਖਿਆ ਤੇ ਜੋ ਰੈਲੀ ਇਹ ਆਯੋਜਿਤ ਕਰਨੀ ਚਾਹੁੰਦੇ ਸੀਗੇ ਉਹਨਾਂ ਦੀ ਇਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ। ਮਤਲਬ ਕਿ ਜੋ ਆਯੋਜਨ ਸੀਗਾ ਉਹਦੇ ਵਿੱਚ ਅੜਿੱਕੇ ਡਾਏ ਆ। ਇਹਨਾਂ ਨੇ ਕਿਹਾ ਕਿ 12 ਮਈ ਨੂੰ ਅਸੀਂ ਲੁਧਿਆਣਾ ਸਥਿਤ ਸਰਕਾਰੀ ਮਹਿਲਾ ਕਾਲਜ ਗਰਾਊਂਡ ਨੇੜੇ ਰੈਲੀ ਦੇ ਆਯੋਜਨ ਵਾਸਤੇ DC ਤੋਂ ਇਜਾਜ਼ਤ ਮੰਗੀ ਸੀ। ਸ਼ੁਰੂਆਤ 'ਚ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪ੍ਰਸ਼ਾਸਨ ਨੂੰ ਕੋਈ ਇਤਰਾਜ਼ ਨਹੀਂ ਹੈ, ਨੋ ਆਬਜੈਕਸ਼ਨ, ਕਿਉਂਕਿ ਕਾਲਜ ਨੂੰ ਇਸ ਤੋਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ। ਇਸ ਕਰਕੇ ਪ੍ਰਸ਼ਾਸਨ ਹੈ ਜਿਹੜਾ ਉਹ ਕੋਈ ਵੀ ਰੁਕਾਵਟ ਖੜੀ ਨਹੀਂ ਕਰੂਗਾ। ਕਹਿੰਦੇ ਕਿ ਫਿਰ ਕਾਲਜ ਪ੍ਰਬੰਧਕਾਂ ਨੇ ਉਹਨਾਂ ਨੂੰ ਫਿਰ ਤੋਂ DC ਨੂੰ ਰੈਫਰ ਕਰ ਦਿੱਤਾ ਕਿ ਭਾਈ DC ਕੋਲ ਜਾਓ। ਤੇ ਜਦੋਂ ਉਹ ਫਿਰ DC ਕੋਲੇ ਗਏ ਤੇ ਉਸ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲ ਗਈਆਂ। ਤਾਂ ਇਹ ਕਹਿੰਦੇ ਆ, ਕਹਿਣ ਦਾ ਮਤਲਬ ਇਹੋ ਆ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲੀਆਂ ਇਸ ਕਰਕੇ ਕਿਉਂਕਿ ਪਿੱਛੋਂ ਸਰਕਾਰ ਦਾ ਇਸ਼ਾਰਾ ਹੋ ਗਿਆ ਸੀਗਾ। ਤੇ ਕਹਿੰਦੇ ਆ ਕਿ ਜੋ ਵੀ ਪ੍ਰੋਟੋਕਾਲ ਹੁੰਦਾ ਉਹਦੇ ਮੁਤਾਬਕ ਪ੍ਰਧਾਨ ਮੰਤਰੀ ਦੀ ਫੇਰੀ ਤੋਂ 72 ਘੰਟੇ ਪਹਿਲਾਂ ਇਹਦੀ ਸੁਰੱਖਿਆ ਜਿਹੜੀ ਉਹ ਤੈਅ ਹੋਣੀ ਚਾਹੀਦੀ ਸੀ। ਮਤਲਬ ਕਿ ਸਮਾਂ ਲੰਘਾ ਦਿੱਤਾ ਗਿਆ ਪ੍ਰੋਟੋਕਾਲ ਦੇ ਮੁਤਾਬਕ। ਫਿਰ ਉਹ ਜਿਹੜਾ ਸਮਾਂ ਸੀਗਾ ਸੁਰੱਖਿਆ ਦੀ ਜੋ ਵੀ ਵੇਖਣੀ ਹੁੰਦੀ ਹੈ, ਨਿਗਰਾਨੀ ਕਰਨੀ ਹੁੰਦੀ ਹੈ, ਤਾਂ ਉਸ ਕਰਕੇ ਫਿਰ ਜਿਹੜੀ ਇਹ ਰੈਲੀ ਉਹ ਨਹੀਂ ਹੋ ਸਕੀ। ਤਾਂ ਖੈਰ ਅੱਜ ਰਵਨੀਤ ਬਿੱਟੂ ਨੇ ਜਿਸ ਤਰੀਕੇ ਦਾ ਲਾਹਾ ਲਿਆ ਰਾਹੁਲ ਗਾਂਧੀ ਲੁਧਿਆਣੇ ਦੇ ਵਿੱਚ ਆਇਆ, ਕਿਉਂਕਿ ਦੇਖੋ ਇਹੋ ਜਿਹਾ ਵੱਡਾ ਨੇਤਾ ਹੁੰਦਾ ਜਿਹੜੀ ਛੋਟੇ ਮੋਟੀ ਧੜੇਬੰਦੀ ਹੁੰਦੀ ਆ, ਇੱਕ ਤੇ ਉਹ ਮਰ ਜਾਂਦੀ ਆ, ਦੂਸਰਾ ਇਹ ਆ ਕਿ ਲੋਕਾਂ ਦੇ ਵਿੱਚ ਥੋੜਾ ਜਿਹਾ ਉਤਸ਼ਾਹ ਹੋਰ ਆ ਜਾਂਦਾ। ਤਾਂ ਸ਼ਾਇਦ ਮਹੇਸ਼ਿੰਦਰ ਸਿੰਘ ਗਰੇਵਾਲ ਵੀ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਸੀਗੇ ਕਿ ਜੇ ਨਰਿੰਦਰ ਮੋਦੀ ਆ ਜਾਂਦਾ, ਖਾਸ ਤੌਰ ਤੇ ਜੋ ਲੁਧਿਆਣੇ ਦੀ ਸ਼ਹਿਰੀ ਵੋਟ ਆ ਉਹ ਖਿੱਚੀ ਜਾ ਸਕਦੀ ਹੈ। ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਕੱਸ ਕੇ ਕਿਤੇ ਨਾ ਕਿਤੇ ਟੀਸ ਹੈ ਇਸ ਗੱਲ ਦੀ ਕਿ ਦੇਖੋ ਜੀ ਜੇਕਰ ਰੈਲੀ ਸਾਡੀ ਹੋ ਜਾਂਦੀ ਤੇ ਮਾਮਲਾ ਫਿੱਟ ਹੋ ਜਾਣਾ ਸੀਗਾ। ਪਰ ਅੰਦਰ ਦੀਆਂ ਗੱਲਾਂ ਇਹ ਆ ਕਿ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਹੁਤਾ ਇੰਟਰਸਟਡ ਨਹੀਂ ਸੀ ਗੱਲ ਲੁਧਿਆਣੇ ਆਉਣ ਵਾਸਤੇ। ਪਤਾ ਨਹੀਂ ਹੁਣ ਇਹ ਕਿੰਨੀ ਕੁ ਸੱਚਾਈ ਆ, ਪਰ ਜੇ ਮੰਨ ਲਓ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਅੜਿੱਕਾ ਡਾਇਆ ਤਾਂ ਗਲਤ ਆ, ਕਿਉਂਕਿ ਇਹ ਮੈਦਾਨ ਹੈ ਜਿਹੜਾ ਸਾਰਿਆਂ ਵਾਸਤੇ ਖੁੱਲਾ ਰੱਖਣਾ ਚਾਹੀਦਾ। ਜੇ ਰਾਹੁਲ ਗਾਂਧੀ ਆਇਆ ਤੇ ਫਿਰ ਨਰਿੰਦਰ ਮੋਦੀ ਵਾਸਤੇ ਵੀ ਲੁਧਿਆਣੇ ਦੇ ਵਿੱਚ ਦਰਵਾਜ਼ਾ ਖੁੱਲਾ ਰੱਖਣਾ ਚਾਹੀਦਾ ਸੀ, ਕਿਉਂਕਿ ਇਹ ਲੋਕਤੰਤਰ ਆ। ਲੋਕਤੰਤਰ ਦੇ ਖਾੜੇ ਦੇ ਵਿੱਚ ਕੋਈ ਵੀ ਲੰਗੋਟਾ ਬੰਨ੍ਹ ਕੇ ਆਪਣਾ ਜ਼ੋਰ ਦਿਖਾ ਸਕਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਫੈਨਸ ਕਲੱਬ ਮਾਮਲੇ ਵਿੱਚ ਚੋਣ ਕਮਿਸ਼ਨ ਨੇ 1,74,000 ਦਾ ਖਰਚ ਸੰਨੀ ਦਿਓਲ ਦੇ ਖਾਤੇ 'ਚ ਜੋੜਿਆ। ਮੈਨੂੰ ਲੱਗਦਾ ਇਹਦੇ ਮਗਰ ਵੀ ਰਾਹੂ ਖੇਤੂ ਲੱਗ ਗਿਆ, ਕਿਉਂਕਿ ਕੱਲ ਇਹਦੀ ਗੱਡੀ ਸੀ ਜਿਹੜੀ ਉਹ ਰੇਂਜ ਰੋਵਰ, ਉਹਦਾ ਟਾਇਰ ਜਿਹਾ ਫਟ ਗਿਆ, ਉਹ ਇੱਕ ਕਿਨਾਰੇ ਨੂੰ ਖਿੱਚ ਕੇ ਲੈ ਗਈ। ਉਹਦੇ ਮਗਰ ਵੀ 2-3 ਗੱਡੀਆਂ ਆ ਕੇ ਵੱਜ ਗਈਆਂ। ਅੱਜ ਵੀ ਦੱਸਦੇ ਆ ਕਿ ਇਹਦੀ ਇੱਕ ਗੱਡੀ ਸੀ ਜਿਹੜੀ ਉਹਦੀ ਅਲਾਈਨਮੈਂਟ ਆਊਟ ਹੋ ਗਈ। ਉਦੋਂ ਵੀ ਕਾਫਲਾ ਜਿਹੜਾ ਇਹਨਾਂ ਦਾ ਖਲੋਤਾ ਰਿਹਾ। ਤੀਜੀ ਅੱਜ ਇਹ ਬੈਡ ਨਿਊਜ਼ ਆ ਗਈ ਕਿ ਸੰਨੀ ਦਿਓਲ ਦੇ ਚੋਣ ਖਰਚੇ 'ਚ 2.25 ਲੱਖ ਰੁਪਈਆ ਜਿਹੜਾ ਜੋੜ ਦਿੱਤਾ ਗਿਆ। ਜਿੱਦਣ ਇਹ ਸੰਨੀ ਦਿਓਲ ਇੱਥੇ ਆਇਆ ਸੀਗਾ ਨਾ, ਉਹ ਤੋਂ ਯਕਦਮ ਕੁਛ ਘੰਟਿਆਂ ਬਾਅਦ ਹੀ ਫੇਸਬੁੱਕ ਤੇ ਇੱਕ ਪੇਜ ਚੱਲਣ ਲੱਗ ਪਿਆ ਸੀਗਾ, ਸੰਨੀ ਦਿਓਲ ਫੈਨ ਪੇਜ, ਕੁਛ ਇਸ ਤਰ੍ਹਾਂ ਦਾ ਉਹਦਾ ਨਾਮ ਸੀਗਾ ਜੀ। ਉਹ ਸਪਾਂਸਰਡ ਸੀਗਾ, ਆਮ ਹੀ ਉਹ ਆਈਡੀਆਂ ਦੇ ਵਿੱਚ ਦਿਖਿਆ ਹੋਣਾ ਜਿੱਥੋਂ ਤੱਕ ਮੈਨੂੰ ਪਤਾ ਹੈ, ਕਿਉਂਕਿ ਮੇਰੇ ID ਦੇ ਵਿੱਚ ਵੀ ਉਹ ਸ਼ੋਅ ਹੋਇਆ ਸੀਗਾ। ਤਾਂ ਉਹ ਜਿਹੜਾ ਫੈਨ ਕਲੱਬ ਸੀ ਉਹਦੇ ਵਿੱਚ ਧੜ ਬੰਦੇ ਜਿਹੜੇ ਆ ਉਹ ਜੁੜੇ ਉਸ ਪੰਨੇ ਤੇ, ਉਸ ਪੇਜ ਤੇ। ਤਾਂ ਉਹ ਹੋਇਆ ਕਿ ਉਹਦੇ ਵਿੱਚ ਜਿਸ ਤਰੀਕੇ ਦੀਆਂ ਐਡਾਂ ਦਿੱਤੀਆਂ ਜਾ ਰਹੀਆਂ ਸੀ, ਜਿਸ ਤਰੀਕੇ ਦੀ ਸਮੱਗਰੀ ਦਿੱਤੀ ਜਾ ਰਹੀ ਸੀਗੀ, ਉਹ ਤੋਂ ਲੱਗਦਾ ਸੀਗਾ ਕਿ ਇਹ ਪੇਡ ਆ। ਹੁਣ ਪੇਡ ਦੀ ਨਿਸ਼ਾਨੀ ਕੀ ਆ ਕਿ ਮੰਨ ਲਓ ਜਦੋਂ ਪੇਜ ਕੋਈ ਸਪਾਂਸਰ ਕਰਦੇ ਸਭ ਤੋਂ ਪਹਿਲਾਂ ਤਾਂ ਆਪਾਂ ਬੂਸਟ ਹੀ ਲਾਉਣੇ ਆ ਨਾ, ਬੂਸਟ ਲਾਇਆ ਜਾਂਦਾ। ਤਾਂ ਇਹ ਨਹੀਂ ਸੀਗਾ ਕਿ ਉਹ ਕਿਸੇ ਨੇ ਐਵੇਂ ਕਿਸੇ ਫੈਨ ਨੇ ਬਣਾ ਦਿੱਤਾ ਖੁਸ਼ੀ ਦੇ ਵਿੱਚ ਤੇ ਮੁੜ ਕੇ ਉਹਨੇ ਆਖਿਆ ਚਲੋ ਆਪਾਂ ਪੈਸਾ ਵੀ ਖਰਚ ਕਰ ਦਈਏ
ਸਨੀ ਦਿਓਲ ਨੂੰ ਕਿਹੜਾ ਪੈਸੇ ਦੀ ਕਮੀ, ਉਹਨੇ ਕਿਹੜਾ ਡੋਨੇਸ਼ਨ ਸਿੱਧੀ ਲੈਣੀ ਹੈ, ਆਪਾਂ ਫੇਸਬੁੱਕ ਤੇ ਪ੍ਰਚਾਰ ਕਰਦੇ, ਏਦਾਂ ਨਹੀਂ ਸੀਗਾ। ਤਾਂ ਉਹ ਕਿਤੇ ਨਾ ਕਿਤੇ ਸ਼ੱਕ ਜਤਾਇਆ ਜਾ ਰਿਹਾ ਸੀਗਾ। ਕਾਂਗਰਸੀਆਂ ਨੇ ਵੀ ਸ਼ਿਕਾਇਤ ਵੀ ਕੀਤੀ, ਇਹਦੇ ਤੇ ਜਿਸ ਤਰੀਕੇ ਦੀਆਂ ਐੜਾਂ ਦਿੱਤੀਆਂ ਜਾ ਰਹੀਆਂ, ਜਿਸ ਤਰੀਕੇ ਨਾਲ ਇਹਨੂੰ ਮਸ਼ਹੂਰ ਕੀਤਾ ਜਾ ਰਿਹਾ, ਇਹਦੇ ਪਿੱਛੇ ਕੁਛ ਨਾ ਕੁਛ ਗੜਬੜਿਆ। ਤਾਂ ਬਾਅਦ ਦੇ ਵਿੱਚ ਫਿਰ ਮਾਮਲਾ ਚੋਣ ਕਮਿਸ਼ਨ ਦੇ ਕੋਲ ਗਿਆ। ਚੋਣ ਕਮਿਸ਼ਨ ਨੇ ਇਹਨਾਂ ਨੂੰ ਸੱਦਿਆ ਸੀਗਾ ਕਿ ਆ ਕੇ ਭਾਈ ਜਵਾਬ ਦਾਖਲ ਕਰੋ। ਇਹ ਉੱਥੇ ਗਏ ਨਹੀਂ ਹੈ, ਤੇ ਉਹਨਾਂ ਨੇ 2.25 ਲੱਖ ਰੁਪਈਆ ਜਿਹੜਾ ਉਹ ਇਹਨਾਂ ਦੇ ਖਾਤੇ 'ਚ ਜੋੜ ਦਿੱਤਾ। ਇਹਦਾ ਮਤਲਬ ਇਹ ਆ ਕਿ ਜਿਹੜੀ 70 ਲੱਖ ਵਾਲੀ ਲਿਮਟ ਆ, ਉਹਦੇ ਵਿੱਚ 2.25 ਲੱਖ ਰੁਪਈਆ ਫੇਸਬੁੱਕ ਵਾਲਿਆਂ ਦਾ ਹੀ ਜੁੜ ਗਿਆ। ਅੱਗੇ ਦੇਖੋ ਕੀ ਬਣਦਾ। ਬਾਕੀ ਹਿਸਾਬ ਕਿਤਾਬ 'ਚ ਇੱਥੇ ਬੜੀਆਂ ਚੀਕਾਂ ਨਿਕਲਦੀਆਂ ਪਈਆਂ। ਜਿਹੜੇ ਰਖੜਾ ਸਾਹਿਬ ਆ, ਉਹ ਦੱਸਦੇ ਕਿਤੇ 300 ਗ੍ਰਾਮ ਕਾਜੂ ਖਾਣ ਡਏ ਸੀਗੇ। ਉਹ ਚੋਣ ਕਮਿਸ਼ਨ ਵਾਲਿਆਂ ਦੀ ਕਿਤੇ ਨਿਗਾਹ ਪੈ ਗਈ, ਉਹਨਾਂ ਨੇ ਗਾਂਹ ਜਾ ਕੇ ਲਿਖ ਦਿੱਤਾ। ਹੁਣ ਪਤਾ ਨਹੀਂ ਲਿਖਣ 'ਚ ਇੱਕ ਫਰਕ ਰਹਿ ਗਿਆ, ਪਤਾ ਨਹੀਂ ਸੱਚੀਓ ਇੰਨਾ ਮਾਲ ਸੀਗਾ। ਉਹਨਾਂ ਨੇ 300 ਕਿਲੋਗ੍ਰਾਮ ਲਿਖ ਦਿੱਤਾ ਕਾਜੂ, ਤੇ 300 ਕਿਲੋਗ੍ਰਾਮ ਹੁਣ 3 ਕੁਆਂਟਲ ਕਾਜੂ ਕਿੰਨੇ ਦਾ ਹੋ ਗਿਆ? 15-20 ਹਜ਼ਾਰ ਰੁਪਈਏ ਦਾ। ਉਹ ਵੀ ਚੀਕਾਂ ਮਾਰੀ ਜਾਂਦੇ। ਤੇ ਜਦੋਂ ਪ੍ਰਨੀਤ ਕੌਰ ਦੇ ਮੋਹਰੇ ਲਿਆ ਕੇ ਰੱਖੀ ਕਾਜੂਆਂ ਵਾਲੀ ਪਲੇਟ, ਉਹਨੇ ਨਾਲ ਦੀ ਨਾਲ ਉੱਤੇ ਅਖਬਾਰ ਪਾ ਕੇ ਢੱਕ ਦਿੱਤੀ ਕਿ ਕਿਤੇ ਮੇਰੇ ਵੀ ਕੁਛ ਗ੍ਰਾਮ ਜਿਹੜੇ ਉਹ ਕਿਲੋਗ੍ਰਾਮ ਨਾ ਬਣ ਜਾਣ। ਇੱਧਰ ਚਰਨਜੀਤ ਸਿੰਘ ਅਟਵਾਲ ਆ ਜਿਹੜੇ ਜਲੰਧਰ ਤੋਂ, ਉਹ ਵੀ ਅਟਵਾਲ ਸਾਹਿਬ ਦੀ ਕਮਾਲ ਕਰੀ ਜਾਂਦੇ ਆ। ਦੱਸਦੇ ਆ ਕਿ ਜਿਹੜਾ ਚੁਣਾਵੀ ਖਰਚਾ, ਜੋ ਇਲੈਕਸ਼ਨ ਦਾ ਖਰਚਾ, ਉਹ ਦੱਸਿਆ ਕਿ 32 ਲੱਖ ਜਾ ਰਿਹਾ, ਕਿ 32 ਲੱਖ ਹੋਇਆ, ਤੇ ਉਹਨਾਂ ਦਾ ਰਜਿਸਟਰ ਹੈ ਜਿਹੜਾ ਉਹ ਸਿਰਫ 13 ਲੱਖ ਹੀ ਦੱਸੀ ਜਾਂਦਾ। ਉਹ ਮਤਲਬ ਕਿ ਬਹੁਤ ਪਿੱਛੇ ਤੁਰੇ ਜਾਂਦੇ ਆ। ਇਹਨਾਂ ਨੇ ਜਦੋਂ ਆਪਣਾ ਐਫੀਡੈਵਿਟ ਫਾਈਲ ਕੀਤਾ ਸੀ, ਉਹਦੇ ਵਿੱਚ ਆਪਣੀ ਇੱਕ ਗੱਡੀ ਵੀ ਭੁੱਲ ਗਏ ਸੀ। ਮੈਂ ਕਿਹਾ ਕਾਸ਼ ਕਿਸੇ ਗਰੀਬ ਦੇ ਘਰ ਦੇ ਮੂਹਰੇ ਖੜਾ ਕੇ ਗੱਡੀ ਭੁੱਲ ਜਾਂਦੇ। ਉਹਦੇ ਭੁੱਲ ਕੇ ਉੱਥੇ ਲਿਖਣੀ ਕਿ ਮੇਰੇ ਕੋਲ ਗੱਡੀ ਹੈ ਜਾਂ ਨਹੀਂ, ਤਾਂ ਭੁੱਲ ਗਏ। ਬਾਅਦ ਦੇ ਵਿੱਚ ਇਹਨਾਂ ਨੂੰ ਐਫੀਡੈਵਿਟ ਦੁਬਾਰਾ ਫਾਈਲ ਕਰਨਾ ਪਿਆ ਸੀ। ਸੋ ਚੋਣ ਖਰਚਿਆਂ ਦੀ ਇਹ ਕਹਾਣੀ ਹੈ ਜਿਹੜੀ ਉਹ ਅੱਗੇ ਵੀ ਚੱਲਦੀ ਰਹੂਗੀ। ਦਿਲਚਸਪ ਮਾਮਲੇ ਆ ਜਿਹੜੇ ਉਹ ਵਾਪਰਦੇ ਪਏ ਆ। ਸਨੀ ਦਿਓਲ ਨੂੰ 2.25 ਲੱਖ ਰੁਪਈਆ ਜਿਹੜਾ ਘਰ ਬੈਠੇ ਨੂੰ ਠੁੱਕ ਗਿਆ। ਘਰ ਬੈਠੇ ਨੂੰ ਇਸ ਕਰਕੇ ਠੁੱਕ ਗਿਆ ਕਿਉਂਕਿ ਉਸ ਪੰਨੇ ਤੋਂ ਸਿੱਧਾ ਜਾਂਦਾ ਨਹੀਂ ਸੀਗਾ, ਚਲਾਉਂਦੇ ਇਹਦੇ ਸਮਰਥਕ ਸੀ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਸਭ ਨੂੰ ਪਿਆਰ ਸਤਿਕਾਰ ਸਨਿੱਗੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ